ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ। ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ। ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਕਿਆ ਬਗ ਬਪੁੜਾ ਛਪੜੀ ਨਹਾਏ। ਕੀਚੜ ਡੂਬੈ ਮੈਲ ਨਾ ਜਾਏ। ਕਿਆ ਬਗ ਬਪੁੜਾ ਛਪੜੀ ਨਹਾਏ। ਕੀਚੜ ਡੂਬੈ ਮੈਲ ਨਾ ਜਾਏ। ਰਹਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਸਿੰਧ ਰੱਬੀ ਗਿਆਨ ਦੇ ਸਾਗਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਨਿਤਾ ਪ੍ਰਤੀ ਦੀ ਤਰ੍ਹਾਂ ਦੀਵਾਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠ ਕੇ ਆਪ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਮੁੱਖ ਵਾਕ ਬਖਸ਼ਿਸ਼ ਹੁੰਦੇ ਹਨ ਉਸ ਦੀ ਵਿਚਾਰ ਸੁਣਨ ਵਾਸਤੇ ਬੜੀ ਹੀ ਸ਼ਿੱਦਤ ਦੇ ਨਾਲ ਜਿਸ ਸਮੇਂ ਦੀ ਉਡੀਕ ਕਰਦੇ ਹੋ, ਆਓ ਜਿੱਥੇ ਪਾਵਨ ਮੁੱਖ ਵਾਕ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ, ਉੱਥੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਜੋ ਗੁਰਬਾਣੀ ਦੀ ਲੜੀਵਾਰ ਕਥਾ ਦੇ ਪ੍ਰਵਾਹ ਚੱਲ ਰਹੇ ਨੇ ਅਤੇ ਖਾਸ ਕਰਕੇ 19 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਜੋ ਸਾਕਾ ਸ਼੍ਰੀ ਨਨਕਾਣਾ ਸਾਹਿਬ ਦੇ ਸਮੁੱਚੇ ਜਿਹੜੇ ਸ਼ਹੀਦ ਹਨ, ਸ਼ਤਾਬਦੀ ਦੇ ਰੂਪ ਵਿੱਚ 100 ਸਾਲਾ ਬੜੀ ਹੀ ਸ਼ਰਧਾ ਤੇ ਭਾਵਨਾ ਸਹਿਤ ਜਿੱਥੇ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਨਾਇਆ ਜਾ ਰਿਹਾ ਹੈ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦ ਭਾਈ ਲਛਮਣ ਸਿੰਘ ਜੀ, ਜਿਨ੍ਹਾਂ ਦਾ ਪਿੰਡ ਧਾਰੋਵਾਲੀ ਸੀ, ਬਾਅਦ ਦੇ ਵਿੱਚ ਉਹਨਾਂ ਦੇ ਵੱਡੇ ਵਡੇਰੇ ਪਾਕਿਸਤਾਨ ਜਿੱਥੇ ਅੱਜ ਹੈ ਉੱਥੇ ਖੇਤੀ ਕਰਨ ਵਾਸਤੇ ਗਏ ਸਨ। ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਉਹਨਾਂ ਨੂੰ ਜਿਸ ਤਰ੍ਹਾਂ ਜ਼ਮੀਨ ਅਲਾਟ ਹੋਈ, ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਖਾਨਦਾਨ ਵਿੱਚੋਂ ਬਹੁਤ ਸਾਰੇ ਗੋਦਰਪੁਰੇ ਆ ਕੇ ਵਸ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੋਦਰਪੁਰਾ ਵਿਖੇ 19 ਤੋਂ 21 ਤੱਕ ਸ਼੍ਰੀ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਾਕੇ ਦੀ ਜੋ ਸ਼ਤਾਬਦੀ ਹੈ ਉਹ ਮਨਾਈ ਜਾ ਰਹੀ ਹੈ।
ਬਟਾਲੇ ਤੋਂ ਜਦੋਂ ਗੁਰਦਾਸਪੁਰ ਨੂੰ ਜਾਈਏ ਤੇ ਖੱਬੇ ਹੱਥ ਸੜਕ ਦੇ ਉੱਪਰ ਹੀ ਇਹ ਗੇਟ ਬਣਿਆ ਹੋਇਆ ਹੈ, ਜਿੱਥੇ ਲਿਖਿਆ ਹੋਇਆ ਹੈ ਕਿ ਸ਼ਹੀਦ ਭਾਈ ਲਛਮਣ ਸਿੰਘ ਯਾਦਗਾਰੀ ਗੇਟ। ਇਸ ਵਿਸ਼ੇ ਤੇ ਵੀ ਆਪਾਂ ਜੋ ਵਿਚਾਰਾਂ ਦੀ ਲੜੀ ਅੱਜ ਆਰੰਭ ਕਰਨੀ ਹੈ, ਕਿਉਂਕਿ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ 20 ਤੇ 21 ਫਰਵਰੀ ਨੂੰ ਕਥਾ ਕਰਨੀ ਹੈ, ਉਹ ਆਪ ਜੀ ਨੂੰ ਸ਼੍ਰੀ ਨਨਕਾਣਾ ਸਾਹਿਬ ਦਾ ਜੋ ਸਾਕਾ ਹੈ ਸਰਵਣ ਕਰਾਉਣਗੇ। ਪਰ ਇਸ ਦਾ ਪਿਛੋਕੜ ਕੀ ਸੀ, ਉਸ ਬਾਰੇ ਆਪਾਂ ਯਤਨ ਕਰਾਂਗੇ ਕਿ ਸਾਰੇ ਰਲ ਮਿਲ ਕੇ ਦਿਓ ਅਸੀਸਾਂ, ਤਾਂ ਕਿ ਸਤਿਗੁਰੂ ਸਾਹਿਬ ਜੀ ਦੀਆਂ ਵਡਿਆਈਆਂ, ਗੁਰੂ ਕੇ ਸਿੱਖਾਂ ਦੇ ਜੋ ਪਰਉਪਕਾਰ ਹਨ, ਆਪਾਂ ਸਾਂਝੇ ਕਰ ਸਕੀਏ। ਇੱਕ ਵਾਰ ਸਾਰੇ ਗੁਰੂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪਾਵਨ ਮੁੱਖ ਵਾਕ ਵਿੱਚ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਸਤਿਗੁਰੂ ਨੂੰ ਇੱਕ ਸਾਗਰ ਦੱਸ ਰਹੇ ਨੇ, ਸਾਗਰ ਵੀ ਉਹ ਜਿਹਦੇ ਵਿੱਚ ਪਰਮੇਸ਼ਰ ਦੀ ਸਿਫਤ ਸਲਾਹ ਦੇ ਅਮੋਲਕ ਹੀਰੇ ਤੇ ਮੋਤੀ ਹਨ। ਜਿਹੜਾ ਵੀ ਜੀਵ ਗੁਰਸਿੱਖ ਗੁਰਮੁਖ ਪਿਆਰਾ ਗੁਰੂ ਸਾਗਰ ਨਾਲ ਜੁੜ ਕੇ ਗੁਰਬਾਣੀ ਰੂਪੀ ਸਿਫਤ ਸਲਾਹ ਰੂਪੀ ਹੀਰੇ ਤੇ ਮੋਤੀ ਚੁਗਦਾ ਹੈ, ਉਹਨਾਂ ਨੂੰ ਸਤਿਗੁਰੂ ਜੀ ਨੇ ਹੰਸ ਦੀ ਨਿਆਈ ਦੱਸਿਆ ਹੈ। ਧਰਮ ਦੀ ਦੁਨੀਆ ਵਿੱਚ ਪਰਮਾਤਮਾ ਤੇ ਸਤਿਗੁਰੂ ਨੂੰ ਜੋ ਕੁਝ ਵੀ ਸਿਖਰ ਹੈ ਉਹਦੇ ਨਾਲ ਤੁਲਨਾ ਦਿੱਤੀ ਗਈ ਹੈ। ਜਿਵੇਂ ਪੱਥਰਾਂ ਦੇ ਵਿੱਚੋਂ ਹੀਰਾ ਸਿਖਰ ਹੈ, ਭਾਈ ਰੇ ਹਰ ਹੀਰਾ ਗੁਰ ਮਾਹੇ, ਪਰਮਾਤਮਾ ਨੂੰ ਹੀਰਾ ਵੀ ਕਿਹਾ ਗਿਆ ਹੈ। ਬਨਸਪਤੀ ਵਿੱਚੋਂ ਚੰਦਨ ਉੱਤਮ ਹੈ, ਤੇ ਭਗਤਾਂ ਨੇ ਇੱਕ ਸੁਰ ਵਿੱਚ ਹੋ ਕੇ ਆਖਿਆ, ਤੁਮ ਚੰਦਨ ਹਮ ਇਰੰਡ ਬੱਪੜੇ ਸੰਗ ਤੁਮਾਰੇ ਵਾਸਾ, ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ। ਇਸੇ ਤਰ੍ਹਾਂ ਜਦੋਂ ਅਸੀਂ ਪਸ਼ੂ ਜਗਤ ਵੱਲ ਝਾਤ ਮਾਰਦੇ ਹਾਂ, ਸ਼ੇਰ ਬਹਾਦਰੀ ਦਾ ਸਿਖਰ ਮੰਨਿਆ ਗਿਆ ਹੈ। ਪਰਮਾਤਮਾ ਨੂੰ, ਗੁਰੂ ਨੂੰ ਸਿੰਘ ਸ਼ਬਦ ਨਾਲ, ਸ਼ੇਰ ਨਾਲ ਵੀ ਜਿਹੜੀ ਤੁਲਨਾ ਹੈ ਉਹ ਦਿੱਤੀ ਗਈ ਹੈ। ਇਸੇ ਤਰ੍ਹਾਂ ਜਦੋਂ ਅਸੀਂ ਪਾਣੀ ਵੱਲ ਝਾਤ ਮਾਰਦੇ ਹਾਂ ਤੇ ਪਾਣੀ ਦੇ ਭਾਵੇਂ ਕਈ ਸੋਮੇ ਨੇ, ਛੋਟੀਆਂ ਛੋਟੀਆਂ ਨਦੀਆਂ, ਨਾਲੇ, ਵਾਹੜੇ, ਛੱਪੜ, ਟੋਭੇ, ਪਰ ਪਾਣੀ ਦਾ ਬਹੁਤ ਵੱਡਾ ਜਿਹੜਾ ਸੰਗ੍ਰਹਿ ਹੈ ਉਹਨੂੰ ਸਾਗਰ ਕਿਹਾ ਜਾਂਦਾ ਹੈ। ਇਵੇਂ ਪਰਮਾਤਮਾ ਨੂੰ ਤੇ ਸਤਿਗੁਰੂ ਨੂੰ ਸਾਗਰ ਕਿਹਾ ਗਿਆ ਹੈ। ਤੇ ਜਦੋਂ ਕੋਈ ਜੀਵ ਪਰਮਾਤਮਾ ਨਾਲੋਂ ਟੁੱਟ ਕੇ ਛੋਟੀਆਂ ਸ਼ਕਤੀਆਂ ਨੂੰ ਪੂਜਣ ਲੱਗ ਪੈਂਦਾ ਹੈ, ਜਾਂ ਸਤਿਗੁਰੂ ਨੂੰ ਛੱਡ ਕੇ ਕੱਚੇ ਪਿੱਲਿਆਂ ਵੱਲ ਤੁਰ ਪੈਂਦਾ ਹੈ, ਤੇ ਸਾਹਿਬ ਨੇ ਉਸ ਨੂੰ ਛੱਪੜ ਨਾਲ ਤੁਲਨਾ ਦਿੱਤੀ ਹੈ ਵੀ ਮਾੜੀ ਕਿਸਮਤ ਵਾਲੇ ਸਾਗਰ ਛੱਡ ਕੇ ਛੱਪੜ ਵੱਲ ਤੁਰ ਪਏ ਨੇ। ਬਣਨਾ ਤੇ ਉਹਨਾਂ ਨੇ ਹੰਸ ਸੀ, ਪਰ ਵਿਚਾਰੇ ਬਗਲੇ ਬਣ ਗਏ। ਹੁਣ ਹੰਸ ਤੇ ਬਗਲਾ ਵੇਖਣ ਨੂੰ ਭਾਵੇਂ ਦੋਵੇਂ ਚਿੱਟੇ ਰੰਗ ਦੇ ਨੇ, ਪਰ ਬਿਰਤੀ ਕਰਕੇ ਬੜਾ ਫਰਕ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨਿਰਣਾ ਦਿੱਤਾ ਗਿਆ ਹੈ, ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਦਾ ਖਾਣਾ। ਪਰਮਾਤਮਾ ਰੂਪੀ ਸਰੋਵਰ ਤੇ ਜੀਵ ਰੂਪੀ ਹੰਸ ਦਾ ਧੁਰ ਤੋਂ ਹੀ ਮਾਲਕ ਨੇ ਸੰਜੋਗ ਲਿਖ ਦਿੱਤਾ ਹੈ। ਇਹ ਮਾਲਕ ਦਾ ਭਾਣਾ ਹੈ, ਮਾਲਕ ਦਾ ਹੁਕਮ ਹੈ ਕਿ ਜਿਹੜਾ ਹੰਸ ਬਿਰਤੀ ਵਾਲਾ ਹੈ ਉਹ ਪਰਮਾਤਮਾ ਦੀ ਪੂਜਾ ਕਰੇਗਾ, ਤੇ ਉਸ ਸਾਗਰ ਦੇ ਵਿੱਚ ਜਿਹੜੇ ਹੀਰੇ ਮੋਤੀ ਨੇ ਉਹਨਾਂ ਨੂੰ ਆਪਣੀ ਆਤਮਿਕ ਜੀਵਨ ਦੀ ਖੁਰਾਕ ਬਣਾਵੇਗਾ। ਦੂਸਰੇ ਪਾਸੇ ਹੰਸਾਂ ਵਿੱਚ ਬੈਠਾ ਬੱਗ ਨਾ ਬਣੀ, ਨਿਤ ਬੈਠਾ ਮੱਛੀ ਨੂੰ ਤਾਰ ਲਾਵੇ, ਜਾਂ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਡੱਡਾਂ ਭਾਲਣ ਜਾਵੇ। ਜੇ ਕਿਤੇ ਬਗਲਾ ਹੰਸਾਂ ਵਿੱਚ ਆ ਕੇ ਬੈਠ ਵੀ ਜਾਵੇ, ਅੱਖਾਂ ਮੀਟੇ, ਇੱਕ ਪੈਰ ਤੇ ਧਿਆਨ ਧਰੇ, ਤੇ ਉਹਦੀ ਸਮਾਧੀ ਜਿਹੜੀ ਹੈ ਉਹ ਡੱਡੀਆਂ ਮੱਛੀਆਂ ਨੂੰ ਫੜਨ ਵਾਸਤੇ ਹੈ। ਉਹਦਾ ਟਿਕਾ, ਉਹਦੀ ਟਿਕ ਟਿਕੀ ਜਿਹੜੀ ਹੈ ਉਹ ਰੱਬੀ ਇਬਾਦਤ ਨਹੀਂ। ਜਿੱਥੇ ਬਗਲੇ ਦੀ ਖੁਰਾਕ ਡੱਡੀਆਂ ਤੇ ਮੱਛੀਆਂ ਨੇ,
ਉੱਥੇ ਜਿਹੜਾ ਹੰਸ ਹੈ, ਸਾਹਿਬ ਨੇ ਨਿਰਣਾ ਦਿੱਤਾ ਵੀ ਹੰਸ ਦੀ ਖੁਰਾਕ ਜਿਹੜੀ ਹੈ ਉਹ ਹੀਰੇ ਤੇ ਮੋਤੀ ਹਨ। ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਸਾਨੂੰ ਇਹ ਨਿਰਣਾ ਮਿਲਦਾ ਹੈ। ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ ਹੈ, ਫਰੀਦਾ ਸੋਈ ਸਰਵਰ ਢੂੰਡ ਲਓ ਜਿੱਥੋਂ ਲੱਭੀ ਵੱਥ। ਉਹ ਸਰੋਵਰ, ਉਹ ਸਾਗਰ ਲੱਭੀ ਜਿੱਥੋਂ ਤੈਨੂੰ ਆਤਮਿਕ ਜੀਵਨ ਦੀ ਕੀਮਤੀ ਚੀਜ਼, ਪਦਾਰਥ ਜਿਹੜਾ ਹੈ ਉਹ ਤੈਨੂੰ ਮਿਲ ਸਕੇ। ਤੇ ਜੇ ਕਿਤੇ ਤੂੰ ਭੁਲੇਖਾ ਖਾ ਗਿਆ ਵੀ ਸਾਗਰ ਵਿੱਚ ਵੀ ਪਾਣੀ ਹੈ ਤੇ ਛੱਪੜਾਂ ਵਿੱਚ ਵੀ ਪਾਣੀ ਹੈ, ਪਰ ਇੱਕ ਗੱਲ ਦਾ ਖਿਆਲ ਰੱਖੀ, ਸਾਗਰ ਵਿੱਚ ਤਹਿ ਤੱਕ ਜਾਏਗਾ ਤੇ ਹੀਰੇ ਮੋਤੀ ਮਿਲਣਗੇ, ਤੇ ਛੱਪੜਾਂ ਵਿੱਚ ਹੱਥ ਪਾਵੇਂਗਾ ਤੇ ਉੱਥੇ ਚਿੱਕੜ ਨਾਲ ਤੇਰੇ ਹੱਥ ਮੈਲੇ ਹੋ ਜਾਣਗੇ। ਫਰੀਦਾ ਸੋਈ ਸਰਵਰ ਢੂੰਡ ਲਓ ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿਆ ਹੋਵੈ ਚਿੱਕੜ ਡੂਬੈ ਹੱਥ। ਭਾਵ ਤੂੰ ਤਾਂ ਹੰਸ ਬਣ ਕੇ ਸਾਗਰ ਨਾਲ ਜੁੜਨਾ ਸੀ, ਕਿੱਧਰ ਛੱਪੜ ਤੇ ਟੋਬਿਆਂ ਵੱਲ ਤੁਰ ਪਿਆ। ਭਗਤ ਕਬੀਰ ਸਾਹਿਬ ਜੀ ਨੇ ਜਦੋਂ ਮਛਲੀ ਵੱਲ ਝਾਤ ਮਾਰੀ ਕਿ ਮੱਛੀ ਦੇ ਮਨ ਵਿੱਚ ਖਿਆਲ ਆਇਆ ਵੀ ਸਾਡਾ ਤੇ ਸ਼ੁਰੂ ਤੋਂ ਸੰਬੰਧ ਪਾਣੀ ਨਾਲ ਜੁੜਿਆ ਹੋਇਆ ਹੈ, ਕਿਉਂਕਿ ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨ ਨਾ ਵਿਸਰਿਆ ਪਾਣੀ। ਉਹਨੇ ਸੋਚਿਆ ਵੀ ਮੈਂ ਬਹੁਤੇ ਪਾਣੀ ਵਿੱਚ ਚਰੀਨੀ ਆ, ਤੇ ਕਿਉਂ ਨਾ ਹੋਵੇ ਵੀ ਜੇ ਮੈਂ ਪਾਣੀ ਵਿੱਚ ਹੀ ਰਹਿਣਾ ਤੇ ਬਹੁਤਾ ਪਾਣੀ ਛੱਡ ਕੇ ਜਿੱਥੇ ਥੋੜ੍ਹਾ ਪਾਣੀ ਉੱਥੇ ਚਲੀ ਜਾਵਾਂ। ਜਦੋਂ ਚਲੀ ਗਈ ਤੇ ਸ਼ਿਕਾਰੀ ਆਇਆ, ਸ਼ਿਕਾਰੀ ਨੇ ਜਾਲ ਪਾਇਆ ਤੇ ਥੋੜ੍ਹੇ ਪਾਣੀ ਦੇ ਵਿੱਚ ਮੱਛੀ ਜਿਹੜੀ ਸੀ ਉਹ ਜਾਲ ਵਿੱਚ ਫਸ ਗਈ। ਫਿਰ ਤਰਲੇ ਮਾਰਨ ਲੱਗੀ, ਯਤਨ ਕਰਨ ਲੱਗੀ, ਤੇ ਬਾਬਾ ਕਬੀਰ ਸਾਹਿਬ ਜੀ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਵੇਖ ਤੂੰ ਬਹੁਤਾ ਪਾਣੀ ਡੂੰਘਾ ਸਮੁੰਦਰ ਛੱਡ ਕੇ ਆਈ ਹੈ ਇਸ ਛੱਪੜ ਵਿੱਚ, ਤਾਂ ਤੇਰੀ ਇਹ ਹਾਲਤ ਬਣ ਗਈ। ਫਿਰ ਜਾ ਕੇ ਉਸ ਸਮੁੰਦਰ ਦੇ ਵਿੱਚ ਆਪਣੇ ਆਪ ਨੂੰ ਟਿਕਾ ਜੇ ਇਸ ਸ਼ਿਕਾਰੀ ਤੋਂ ਬਚਣਾ ਹੈ। ਭਗਤ ਕਬੀਰ ਸਾਹਿਬ ਨੇ ਬਚਨ ਕਹੇ, ਕਬੀਰ ਥੋੜ੍ਹਾ ਜਲ ਮਾਸ਼ੁਲੀ ਝੀਵਰ ਮੇਲਿਓ ਜਾਲ, ਇਹ ਟੋਗਨੈ ਨਾ ਛੂਟਨੈ, ਇਹ ਟੋਗਨੈ ਨਾ ਛੂਟ ਸੈ, ਫਿਰ ਕਰ ਸਮੁੰਦ ਸੰਭਾਲ। ਕਬੀਰ ਸਮੁੰਦ ਨਾ ਛੋਡੀਐ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹਿ ਕੋਈ। ਵੀ ਜੇ ਤੂੰ ਗੁਰੂ ਸਾਗਰ ਨੂੰ ਛੱਡ ਕੇ ਡੇਰਿਆਂ ਵੱਲ ਤੁਰ ਪਿਆ, ਛੱਪੜਾਂ ਵੱਲ ਤੁਰ ਪਿਆ, ਤੇ ਤੈਨੂੰ ਕਿਸੇ ਨੇ ਚੰਗਾ ਨਹੀਂ ਕਹਿਣਾ। ਲੋਕ ਤਾਂ ਤਰੱਕੀ ਕਰਦੇ ਨੇ, ਲੋਕ ਤੇ ਕਹਿੰਦੇ ਨੇ ਪ੍ਰਮੋਸ਼ਨ ਹੋਵੇ, ਤੇ ਤੇਰੀ ਡਿਮੋਸ਼ਨ ਹੋ ਗਈ। ਤੂੰ ਸਾਗਰ ਛੱਡ ਕੇ ਛੱਪੜਾਂ ਵੱਲ ਤੁਰ ਪਿਆ, ਟੋਬਿਆਂ ਵੱਲ ਤੁਰ ਪਿਆ, ਤੇ ਸਾਗਰ ਵਿੱਚੋਂ ਤੈਨੂੰ ਹੀਰੇ ਮੋਤੀ ਲੱਭਣੇ ਸਨ, ਪਰ ਤੂੰ ਛੱਪੜਾਂ ਵਿੱਚੋਂ, ਟੋਬਿਆਂ ਵਿੱਚੋਂ ਯਤਨ ਕਰ ਰਿਹਾ, ਤੇ ਉੱਥੇ ਜਾ ਕੇ ਤੈਨੂੰ ਮਲੀਨਤਾ, ਚਿੱਕੜ ਹੀ ਪ੍ਰਾਪਤ ਹੋਣਾ ਹੈ। ਸੱਚਮੁੱਚ ਸਤਿਗੁਰੂ ਸਾਹਿਬ ਜੀ ਸਾਗਰ ਨੇ, ਗੁਰੂ ਕੀ ਬਾਣੀ ਸਾਗਰ ਹੈ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰ ਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ। ਕਿਉਂਕਿ ਰਤਨ ਲਾਲ ਜੰਗ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਟੋਟ ਨਾ ਆਵੈ ਵੱਧ ਹੋ ਜਾਈ। ਗੁਰ ਅਸਥਾਨ ਵੀ ਹੀਰੇ ਰਤਨ ਜਵਾਹਰਾਤ ਨਾਲ ਭਰੇ ਹੋਏ ਸਾਗਰ ਨੇ। ਤੇ ਜਦੋਂ ਭਾਈ ਲਛਮਣ ਸਿੰਘ ਵਰਗੇ ਮਰਜੀਵੜਿਆਂ ਨੇ ਵੇਖਿਆ ਵੀ ਸਤਿਗੁਰੂ ਜੀ ਨੇ 1469 ਤੋਂ ਲੈ ਕੇ 1708 ਤੱਕ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੁਆ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਗੁਰੂ ਕਾਲ ਦੇ ਸਮੇਂ ਭਾਈ ਗੁਰਦਾਸ ਜੀ ਨੇ ਗੁਰ ਸਥਾਨਾਂ ਲਈ ਧਰਮਸ਼ਾਲਾ ਸ਼ਬਦ ਵੀ ਵਰਤਿਆ, ਜਿਵੇਂ ਗੁਰਸਿੱਖ ਭਲ ਕੇ ਉੱਠ ਕਰ, ਅੰਮ੍ਰਿਤ ਵੇਲੇ ਸਾਰਨਾ ਵੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰੰਦਾ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਤ ਸੰਗਤ ਸੱਚਖੰਡ ਧਰਮਸ਼ਾਲਾ ਗੁਰੂ ਨਾਨਕ ਸਾਹਿਬ ਜੀ ਨੇ ਕਾਇਮ ਕਰਵਾਈ, ਤੇ ਯਤਨ ਸੀ ਕਿ ਇੱਥੋਂ ਸੇਧ ਲੈ ਕੇ ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੁਆ। ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਸ ਨੂੰ ਸ੍ਰੀ ਦਰਬਾਰ ਸਾਹਿਬ ਦਾ ਰੁਤਬਾ ਬਖਸ਼ਿਸ਼ ਕੀਤਾ। ਉਸ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅਕਾਲ ਬੁੰਗਾ ਸਾਹਿਬ ਦੀ ਬੁਨਿਆਦ ਰੱਖੀ, ਜਿਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਦਿੱਤਾ, ਕਿਉਂਕਿ ਸਤਿਗੁਰਾਂ ਦੇ ਹਜ਼ੂਰੀ ਢਾਡੀ ਭਾਈ ਨੱਥਾ ਤੇ ਭਾਈ ਅਬਦੁੱਲਾ ਜੀ ਨੇ ਜ਼ਿਕਰ ਕੀਤਾ, ਸੱਚਾ ਤਖਤ ਸੁਹਾਇਓ ਸ਼੍ਰੀ ਗੁਰ ਪਾਇਕੈ, ਸ਼ਬ ਬਰਨੀ ਨਾ ਜਾਏ ਕਹੋਂ ਕਿਆ ਗਾਇਕੈ, ਰਵ ਸਸ ਭਏ ਮਲੀਨ ਸੋ ਦਰਸ ਦਿਖਾਇਕੈ,
ਸ਼੍ਰੀ ਗੁਰ ਤਖਤ ਬਰਾਜੇ ਪ੍ਰਭੂ ਧਿਆਏ ਕੈ, ਮੀਰ ਨੱਥਾ ਓ ਅਬਦੁੱਲਾ ਜਸ ਕਯੋ ਬਣਾਏ ਕੈ। ਦਸ਼ਮੇਸ਼ ਪਿਤਾ ਜੀ ਤੱਕ ਸਥਾਨਕ ਸੰਗਤਾਂ ਹੀ ਗੁਰੂ ਘਰ ਦੀ ਜਿਹੜੀ ਮਰਿਆਦਾ ਸੀ, ਪ੍ਰਬੰਧ ਸੀ, ਉਹ ਚਲਾਉਂਦੀਆਂ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਨੂੰ ਫਤਿਹ ਕਰਕੇ ਸਿੱਖ ਰਾਜ ਕਾਇਮ ਕੀਤਾ, ਉਹਨਾਂ ਦਾ ਬਹੁਤਾ ਸਮਾਂ ਜਰਵਾਣਿਆਂ ਨੂੰ ਖਦੇੜਨ ਵਿੱਚ ਲੱਗਾ ਤੇ ਖਾਸ ਕਰਕੇ ਜਿਹੜੇ ਹਲ ਵਾਹਕ ਲੋਕ ਸਨ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਇੱਕ ਐਸਾ ਰਾਜ ਭਾਗ ਦਿੱਤਾ ਗਿਆ ਜਿਹਦਾ ਸੰਕਲਪ ਬਾਣੀ ਵਿੱਚ ਆਇਆ, ਸਭੇ ਸਖਾਲੀ ਵੁੱਠੀਆਂ ਇਹ ਹੁਆ ਹਲੇਮੀ ਰਾਜ ਜਿਉ। 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ। ਉਸ ਤੋਂ ਬਾਅਦ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣਿਆ, ਹਮਲਾਵਰ ਬਣ ਕੇ ਜਿਹੜੇ ਆਉਂਦੇ ਰਹੇ, ਉਹਨਾਂ ਨੇ ਯਤਨ ਕੀਤਾ ਜ਼ਕਰੀਆ ਖਾਨ ਦੇ ਵੇਲੇ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਸਿੱਖਾਂ ਦੇ ਸਿਰਾਂ ਨੂੰ ਕੱਟ ਕੇ ਗੱਡਿਆਂ ਤੇ ਲੱਦ ਕੇ ਦਿੱਲੀ ਦੇ ਹਾਕਮ ਕੋਲ ਉਹਨੂੰ ਖੁਸ਼ ਕਰਨ ਵਾਸਤੇ ਨਜ਼ਰਾਨਿਆਂ ਦੇ ਰੂਪ ਵਿੱਚ ਭੇਜਣਾ। ਸਿੱਖ ਆਪਣੇ ਘਰ ਛੱਡ ਕੇ ਉਹਨਾਂ ਦਿਨਾਂ ਦੇ ਵਿੱਚ ਕੰਨਵਣ ਦੇ ਸੰਭਾਂ ਵਿੱਚ, ਬੀਕਾਨੇਰ ਦੇ ਜੰਗਲਾਂ ਵਿੱਚ ਜਾਂ ਸੰਘਣੀਆਂ ਜਿਹੜੀਆਂ ਝੱਲਾਂ ਨਦੀਆਂ ਦੇ ਕੰਢੇ ਜਾਂ ਹੋਰ ਰੇਤਲੇ ਸਥਾਨ ਆਦਿਕ ਸਨ, ਜੰਗਲਾਂ ਵਿੱਚ ਜਾ ਕੇ ਉਹਨਾਂ ਦਿਨਾਂ ਦੇ ਵਿੱਚ ਰਿਹਾ ਕਰਦੇ ਸਨ। ਉਸ ਵੇਲੇ ਗੁਰੂ ਘਰਾਂ ਦਾ ਜਿਹੜਾ ਪ੍ਰਬੰਧ ਸੀ ਉਦਾਸੀ ਸਾਧਾਂ ਦੇ ਹੱਥਾਂ ਵਿੱਚ ਰਿਹਾ, ਜਿਨ੍ਹਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਚਲਾਏ, ਪਰ ਉਹਨਾਂ ਦੇ ਅੰਦਰ ਬਹੁਤੀ ਹਿੰਦੂ ਵਿਚਾਰਧਾਰਾ ਹੋਣ ਦੇ ਕਾਰਨ ਉਹਨਾਂ ਦੇ ਨਾਲ ਨਾਲ ਹਿੰਦੂ ਵਿਚਾਰਧਾਰਾ ਵੀ ਗੁਰਦੁਆਰਿਆਂ ਦੇ ਵਿੱਚ ਆ ਗਈ। ਸਾਡੇ ਇਤਿਹਾਸ ਵਿੱਚੋਂ ਵੀ ਗੁਰਮਤਿ ਦੇ ਉੱਪਰ ਹਿੰਦੂ ਵਿਚਾਰਧਾਰਾ ਦੀ ਜਿਹੜੀ ਝਲਕ ਸੀ ਉਸ ਸਮੇਂ ਆਉਣੀ ਸ਼ੁਰੂ ਹੋ ਗਈ ਤੇ ਉਦਾਸੀ ਸਾਧੂ ਵੀ ਉਸ ਵੇਲੇ ਯਤਨ ਕਰਦੇ ਸਨ ਕਿ ਆਪਣੇ ਆਪ ਨੂੰ ਬਚਾਉਣ ਲਈ ਇਹ ਸਿੱਧ ਕੀਤਾ ਜਾਵੇ ਕਿ ਅਸੀਂ ਸਿੱਖ ਨਹੀਂ, ਅਸੀਂ ਹਿੰਦੂ ਹਾਂ, ਕਿਉਂਕਿ ਹਿੰਦੂ ਕਹਿਣ ਦੇ ਨਾਲ ਉਹਨਾਂ ਦਾ ਬਚਾਅ ਹੁੰਦਾ ਸੀ। ਉਸ ਤੋਂ ਬਾਅਦ ਅਸੀਂ ਵੇਖਦੇ ਹਾਂ 1734 ਦੇ ਵਿੱਚ ਸ਼ਹੀਦ ਭਾਈ ਮਨੀ ਸਿੰਘ ਹੋਣਾ ਦਾ ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। 1745 ਦੇ ਵਿੱਚ ਜ਼ਕਰੀਆ ਖਾਨ ਦਾ ਸਮਾਂ ਹੈ ਤੇ ਭਾਈ ਤਾਰੂ ਸਿੰਘ ਜੀ ਦਾ ਖੋਪਰ ਲਾਇਆ ਗਿਆ। ਇਹਨਾਂ ਸਮਿਆਂ ਦੇ ਦੌਰਾਨ ਭਾਈ ਤਾਰਾ ਸਿੰਘ ਵਾਹ ਹੋਣਾ ਦੀ ਸ਼ਹਾਦਤ ਹੋਈ। 1746 ਦੇ ਵਿੱਚ ਛੋਟਾ ਘੱਲੂਘਾਰਾ ਕੰਨਵਣ ਦੇ ਸੰਭ ਵਿੱਚ ਵਾਪਰਦਾ। 1762 ਦੇ ਵਿੱਚ ਮਲੇਰਕੋਟਲੇ ਦੇ ਨੇੜੇ ਕੋਪਰ ਹੀੜਾ ਕੁੱਪ ਨਾਮ ਦੇ ਸਥਾਨ ਤੇ ਅਹਿਮਦ ਸ਼ਾਹ ਅਬਦਾਲੀ ਨੇ ਇੱਕੋ ਦਿਨ ਜਦੋਂ ਅੱਧੀ ਕੌਮ ਨੂੰ ਖਤਮ ਕੀਤਾ ਤੇ ਉਹਨੂੰ ਵੱਡੇ ਘੱਲੂਘਾਰੇ ਦਾ ਨਾਮ ਦਿੱਤਾ ਗਿਆ। ਜਦੋਂ ਐਸਾ ਸਮਾਂ ਚੱਲ ਰਿਹਾ ਸੀ ਮਿਸਲਾਂ ਦਾ, ਜਿਹਨੂੰ ਆਪਾਂ 12 ਮਿਸਲਾਂ ਦੇ ਰੂਪ ਵਿੱਚ ਵੇਖਦੇ ਹਾਂ, ਉਹਨਾਂ ਦਾ ਵੀ ਯਤਨ ਇਹ ਸੀ ਕਿ ਅਹਿਮਦ ਸ਼ਾਹ ਅਬਦਾਲੀ ਤੇ ਨਾਦਰ ਸ਼ਾਹ ਦੁਰਾਨੀ ਦਾ ਟਾਕਰਾ ਕਰਕੇ ਇਹਨਾਂ ਨੂੰ ਭਾਂਜ ਦਿੱਤੀ ਜਾਵੇ। ਔਰ ਸੱਚਮੁੱਚ ਇੰਨੀ ਬਹਾਦਰੀ ਨਾਲ ਮਿਸਲਾਂ ਦੇ ਜਰਨੈਲ ਜੂਝਦੇ ਸਨ ਕਿ ਸਾਡੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਕਭੀ ਨਾਦਰ ਤੁਝਸੇ ਡਰਤਾ ਥਾ, ਅਬਦਾਲੀ ਵੀ ਖਮ ਖਾਤਾ ਥਾ, ਤਬ ਤੁਝਕੋ ਏਕ ਲਗਨ ਥੀ, ਦੁਖੀਆਂ ਕਾ ਦਰਦ ਵਡਾਨੇ ਕੀ। ਇਸ ਤੋਂ ਬਾਅਦ ਅਸੀਂ ਜਦੋਂ ਝਾਤ ਮਾਰ ਕੇ ਦੇਖਦੇ ਹਾਂ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਨੇ ਜਾਂ ਉਹਨਾਂ ਦੇ ਵੱਡੇ ਵਡੇਰੇ ਜਿਹੜੇ ਸਨ ਮਿਸਲਾਂ ਦੇ ਸਮੇਂ, ਸਰਦਾਰ ਚੜ੍ਹਤ ਸਿੰਘ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸੀ, ਜਿਨੇ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕੀਤਾ। ਇਹੀ ਕਾਰਨ ਕਿ ਜਦੋਂ ਸਿੱਖ ਰਾਜ ਕਾਇਮ ਹੋਇਆ 19ਵੀਂ ਸਦੀ ਦੇ ਆਰੰਭ ਵਿੱਚ, ਤੇ ਉਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਨੂੰ ਵੰਗਾਰਿਆ ਸੀ, ਕਿਹਾ ਸੀ ਨਿਕਲੋ ਅਹਿਮਦ ਸ਼ਾਹ ਅਬਦਾਲੀ ਦੇ ਪੋਤਰਾ, ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੰਗਾਰਦਾ। ਇਹ ਉਹ ਸਮਾਂ ਸੀ ਜਦੋਂ ਖਾਲਸਾ ਰਾਜ ਕਾਇਮ ਹੋਇਆ 1839 ਤੱਕ, ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਸਾਹਿਬਾਨਾਂ ਦੀ ਬਾਹਰਲੀ ਦਿੱਖ ਨੂੰ ਬੜਾ ਸਵਾਰਿਆ। ਸੰਗਮਰਮਰ ਲਵਾਇਆ ਗਿਆ, ਸੋਨੇ ਚਾਂਦੀ ਦੇ ਨਾਲ ਗੁਰਦੁਆਰਿਆਂ ਦੀਆਂ ਇਮਾਰਤਾਂ ਦਾ ਨਵੀਨੀਕਰਨ ਕੀਤਾ ਗਿਆ। ਇੱਥੇ ਤੱਕ ਕਿ ਜੇ ਨਿਜ਼ਾਮ ਹੈਦਰਾਬਾਦੀ ਨੇ ਇੱਕ ਹੀਰੇ ਜਵਾਹਰਾਤ ਜੜੀ ਚਾਨਣੀ ਭੇਟ ਕੀਤੀ ਤੇ ਉਹ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਰਾਮਦਾਸ ਜੀ ਦੇ ਦਰ ਤੇ ਭੇਟ ਕਰ ਦਿੱਤੀ। ਜੇ ਉਹਨਾਂ ਦੇ ਪੋਤਰੇ ਕੰਵਰ ਨੌ ਨਿਹਾਲ ਸਿੰਘ, ਜਿਹੜੇ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਪੁੱਤਰੀ
ਬੀਬੀ ਨਾਨਕੀ ਜੀ ਦੇ ਨਾਲ ਜਿਨ੍ਹਾਂ ਦਾ ਆਨੰਦ ਕਾਰਜ ਹੋਇਆ ਸੀ। 3 ਨਾਨਕੀਆਂ ਦਾ ਜ਼ਿਕਰ ਆਉਂਦਾ ਇਤਿਹਾਸ ਵਿੱਚ। ਇੱਕ ਬੇਬੇ ਨਾਨਕੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਸੀ, ਦੂਸਰੀ ਸੀ ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ, ਜਿਨ੍ਹਾਂ ਦੀ ਪਾਵਨ ਕੁੱਖ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਗੁਰੂ ਕੇ ਮਹਿਲ ਹੋਇਆ, ਜੋ 1 ਮਈ ਨੂੰ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆਪਾਂ ਮਨਾ ਰਹੇ ਹਾਂ। ਤੀਸਰੀ ਸੀ ਬੀਬੀ ਨਾਨਕੀ ਜੋ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਪੁੱਤਰੀ ਸੀ, ਜਿਹਦਾ ਆਨੰਦ ਕਾਰਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌ ਨਿਹਾਲ ਸਿੰਘ ਨਾਲ ਹੋਇਆ। ਤੇ ਜਦੋਂ ਵੇਖਿਆ ਕਿ ਬੜਾ ਕੀਮਤੀ ਹੀਰੇ ਮੋਤੀਆਂ ਨਾਲ ਜੜਿਆ ਜਿਹੜਾ ਸਿਹਰਾ ਹੈ, ਤੇ ਉਹ ਵੀ ਗੁਰੂ ਰਾਮਦਾਸ ਜੀ ਦੇ ਦਰ ਤੇ ਭੇਟ ਕਰ ਦਿੱਤਾ ਗਿਆ, ਜਿਹਦੇ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਪਰਿਵਾਰ ਦੀ ਗੁਰੂ ਘਰ ਪ੍ਰਤੀ ਸ਼ਰਧਾ ਜਿਹੜੀ ਹੈ ਉਹ ਦਿਖਾਈ ਦਿੰਦੀ ਹੈ। 1839 ਵਿੱਚ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਅਕਾਲ ਚਲਾਣਾ ਹੋਇਆ, ਉਸ ਤੋਂ ਬਾਅਦ ਡੋਗਰਿਆਂ ਨੇ ਵਿਸ਼ਵਾਸਘਾਤ ਕੀਤਾ। ਸਿੱਖ ਸਰਦਾਰਾਂ ਦੀ ਆਪਸੀ ਫੁੱਟ ਤੇ ਕਤਲੋ ਗਾਰਦ, ਕਿਉਂਕਿ ਮਹਾਰਾਜਾ ਖੜਕ ਸਿੰਘ ਨੂੰ ਡੋਗਰਿਆਂ ਨੇ ਹਲਕਾ ਹਲਕਾ ਜ਼ਹਿਰ ਦੇ ਕੇ ਮਾਰ ਦਿੱਤਾ। ਜਦੋਂ ਮਹਾਰਾਜਾ ਖੜਕ ਸਿੰਘ ਹੋਣਾ ਦਾ ਸੰਸਕਾਰ ਕਰਕੇ ਵਾਪਸ ਆ ਰਹੇ ਸਨ, ਤੇ ਕੰਵਰ ਨੌ ਨਿਹਾਲ ਸਿੰਘ ਦੇ ਉੱਪਰ ਸੱਜਾ ਛੁੱਟ ਕੇ ਉਹਨਾਂ ਨੂੰ ਉੱਥੇ ਹੀ ਇੰਨਾ ਜ਼ਖਮੀ ਕਰ ਦਿੱਤਾ ਕਿ ਬਾਅਦ ਵਿੱਚ ਉਹ ਵੀ ਅਕਾਲ ਚਲਾਣਾ ਕਰ ਗਏ। ਮੇਰੇ ਕਹਿਣ ਦਾ ਭਾਵ ਕਿ ਜਦੋਂ ਅੰਗਰੇਜ਼ ਪੂਰੀ ਤਰ੍ਹਾਂ 1847 ਦੇ ਲਗਭਗ ਪੰਜਾਬ ਦੇ ਉੱਪਰ ਕਾਬਜ ਹੋ ਗਏ, ਕਿਉਂਕਿ ਭਾਰਤ ਤੇ ਲੰਮਾ ਸਮਾਂ ਰਾਜ ਕੀਤਾ, ਪਰ ਭਾਰਤ ਦੇ ਨਾਲ ਨਾਲ ਪੰਜਾਬ ਇੱਕ ਵੱਖਰਾ ਦੇਸ਼ ਸੀ, ਤੇ ਪੰਜਾਬ ਦੇ ਉੱਪਰ 100 ਸਾਲ ਅੰਗਰੇਜ਼ ਨੇ ਰਾਜ ਕੀਤਾ, 1847 ਤੋਂ ਲੈ ਕੇ 1947 ਤੱਕ। ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਇਹ ਵੇਖਿਆ ਕਿ ਜਿਹੜੇ ਸਿੱਖ ਨੇ, ਇਹਨਾਂ ਨੂੰ ਜਿਹੜੀ ਆਤਮਿਕ ਰੂਹਾਨੀ ਸ਼ਕਤੀ ਮਿਲਦੀ ਹੈ ਇਹ ਗੁਰੂ ਘਰਾਂ ਤੋਂ, ਗੁਰੂ ਕੀ ਬਾਣੀ ਤੋਂ ਪ੍ਰਾਪਤ ਹੁੰਦੀ ਹੈ। ਜਾਂ ਸਾਡੇ ਵੱਡੇ ਵਡੇਰਿਆਂ ਨੇ ਜਿਹੜਾ ਯਤਨ ਕੀਤਾ ਕਿ ਘਰ ਘਰ ਤੱਕ ਵਿਦਿਆ ਦਾ ਚਾਨਣ ਜਿਹੜਾ ਹੈ ਉਹਨੂੰ ਪਹੁੰਚਾਇਆ ਜਾਵੇ, ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਜੋ ਵਿਦਿਆ ਦਾ ਚਾਨਣ ਸੀ ਉਹਨੂੰ ਗੰਧਲਾ ਕਰਨ ਦਾ ਯਤਨ ਕੀਤਾ, ਵਿਗਾੜਨ ਦਾ ਯਤਨ ਕੀਤਾ। ਤੇ ਗੁਰਦੁਆਰੇ ਗੁਰੂ ਕੇ ਅਸਥਾਨ ਜਿਹੜੇ ਸਨ, ਕੇਂਦਰੀ ਸਥਾਨ, ਉੱਥੇ ਆਪਣੇ ਸਰਬਰਾਹ ਨਿਯੁਕਤ ਕਰਕੇ ਉਹਦਾ ਸਿੱਧਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ, ਇਹ ਕਹਿ ਕੇ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਤਾਂ ਦਖਲ ਸੀ, ਪਰ ਉਹ ਤਾਂ ਸਿੱਖ ਸਰਕਾਰ ਸੀ, ਖਾਲਸੇ ਦੀ ਸਰਕਾਰ ਸੀ, ਉਹਨੂੰ ਅਸੀਂ ਅੰਗਰੇਜ਼ ਸਰਕਾਰ ਨਾਲ ਤੁਲਨਾ ਨਹੀਂ ਦੇ ਸਕਦੇ। ਜਿਹੜੇ ਬਾਕੀ ਗੁਰਧਾਮ ਸਨ ਉੱਥੇ ਉਹ ਮਹੰਤ ਨਿਯੁਕਤ ਕਰ ਦਿੱਤੇ, ਜਿਹੜੇ ਗੁਰਧਾਮਾਂ ਦੀ ਜਾਇਦਾਦ ਨੂੰ ਆਪਣੀ ਨਿੱਜੀ ਮਲਕੀਅਤ ਸਮਝਦੇ ਸਨ। ਉਹ ਗੁਰੂ ਘਰ ਜਿੱਥੇ ਗੁਰ ਸਾਗ ਰਤਨੀ ਭਰਪੂਰੇ ਦਾ ਸੰਦੇਸ਼ ਮਿਲਣਾ ਸੀ, ਉੱਥੇ ਸ਼ਰਾਬਾਂ ਦੇ ਦੌਰ ਚੱਲਣ ਲੱਗ ਪਏ, ਵੇਸ਼ਵਾਵਾਂ ਦਾ ਨਾਸ਼ ਸ਼ੁਰੂ ਹੋਇਆ। ਇੱਥੇ ਤੱਕ ਕਿ ਜੇ ਕੋਈ ਸੰਗਤ ਦਰਸ਼ਨ ਕਰਨ ਵਾਸਤੇ ਆਉਂਦੀ, ਉਹਨਾਂ ਨੂੰ ਬੇਪਤ ਕੀਤਾ ਜਾਂਦਾ, ਬੇਇੱਜ਼ਤ ਕੀਤਾ ਜਾਂਦਾ। ਜਿਹੜੇ ਕਕਾਰ ਸਜਾ ਕੇ ਸ਼ਸਤਰਧਾਰੀ ਹੋ ਕੇ ਸਿੱਖੀ ਸਰੂਪ ਵਿੱਚ ਮੱਥਾ ਟੇਕਣ ਆਉਂਦੇ, ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ। ਜੇ ਕੋਈ ਇਸ ਦੀ ਵਿਰੋਧਤਾ ਕਰਦਾ, ਕਿਸੇ ਨੂੰ ਤਰਨ ਤਾਰਨ ਦੇ ਸਰੋਵਰ ਵਿੱਚ ਡੋਬ ਕੇ ਮਾਰ ਦਿੱਤਾ ਜਾਂਦਾ, ਕਿਸੇ ਨੂੰ ਛਵੀਆਂ ਤੇ ਟਕੂਏ ਲੈ ਕੇ ਪ੍ਰਕਰਮਾਂ ਦੇ ਵਿੱਚ ਉਹਨਾਂ ਦੀ ਵੱਢ-ਟੋਕ ਕੀਤੀ ਜਾਂਦੀ। ਉਹਨਾਂ ਦਿਨਾਂ ਦੇ ਵਿੱਚ ਜਦੋਂ 1873 ਦੇ ਵਿੱਚ ਸਿੰਘ ਸਭਾ ਲਹਿਰ ਦਾ ਆਗਾਜ਼ ਹੋਇਆ, ਜਿਹਨੂੰ ਆਪਾਂ ਗੁਰਦੁਆਰਾ ਸੁਧਾਰ ਲਹਿਰ ਵੀ ਕਹਿੰਦੇ ਹਾਂ, ਇਹਨੇ ਬੜਾ ਵੱਡਾ ਇਨਕਲਾਬ ਲਿਆਂਦਾ। ਉਹਦੇ ਬਾਅਦ ਜਿਹੜੀ ਅਕਾਲੀ ਲਹਿਰ ਚੱਲੀ ਉਹ ਤਾਂ ਸਿਖਰ ਹੋ ਨਿਬੜੀ। ਇਹੀ ਕਾਰਨ ਕਿ ਉਸ ਵੇਲੇ ਦੇ ਜਿਹੜੇ ਸਿੱਖ ਵਿਦਵਾਨ ਸਨ ਜਾਂ ਬੁੱਧੀਜੀਵੀ ਸਨ ਜਾਂ ਸਾਡੇ ਦੇਸ਼ ਦੇ ਜਿਹੜੇ ਸਿਰ ਕੱਢ ਆਗੂ ਸਨ, ਉਹਨਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਜਦੋਂ ਸਿੱਖਾਂ ਦੇ ਹੱਥਾਂ ਵਿੱਚ ਆਇਆ, ਤੇ ਇਹ ਪ੍ਰਬੰਧ ਜਿੱਥੇ ਗੁਰਦੁਆਰਾ ਸੁਧਾਰ ਲਹਿਰ ਦੇ ਰੂਪ ਵਿੱਚ ਅਸੀਂ ਵੇਖਦੇ ਹਾਂ, ਉੱਥੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਵਾਸਤੇ ਵੱਡੇ ਵੱਡੇ ਆਗੂਆਂ ਦਾ ਮੰਨਣਾ ਸੀ ਵੀ ਇਹ ਦੇਸ਼ ਦੀ ਆਜ਼ਾਦੀ ਦੀ ਲੜਾਈ ਜਿਹੜੀ ਹੈ ਉਹਨੂੰ ਅਸੀਂ ਪਹਿਲੇ ਪੜਾਅ ਦੇ ਵਿੱਚ ਫਤਿਹ ਕਰ ਚੁੱਕੇ ਹਾਂ। ਭਾਵ ਕਿ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਸੀ, ਜਿੱਥੇ ਗੁਰਧਾਮ ਆਜ਼ਾਦ ਹੋਏ, ਉੱਥੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਵੀ ਉਸ ਲਹਿਰ ਨੇ ਬੜਾ ਵੱਡਾ ਯੋਗਦਾਨ ਪਾਇਆ। ਜਿਸ ਲੜੀ ਦੇ ਦੌਰਾਨ ਸਿਆਲਕੋਟ ਗੁਰਦੁਆਰਾ ਬਾਬਾ ਕੀ ਬੇਰ, ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਪੰਜਾ ਸਾਹਿਬ, ਜਦੋਂ
ਇਹਨਾਂ ਅਸਥਾਨਾਂ ਦਾ ਪ੍ਰਬੰਧ ਸਿੱਖਾਂ ਨੇ ਆਪਣੇ ਹੱਥਾਂ ਵਿੱਚ ਲਿਆ ਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਨਨਕਾਣਾ ਸਾਹਿਬ ਦਾ ਜਿਹੜਾ ਮਹੰਤ ਨਰੈਣੂ ਹੈ ਉਹ ਵੀ ਬੜਾ ਚਰਿੱਤਰਹੀਣ ਹੈ। ਉਹਦੀਆਂ ਵੀ ਕਰਤੂਤਾਂ ਜਿਹੜੀਆਂ ਨੇ ਬਿਲਕੁਲ ਇਹਨਾਂ ਮਹੰਤਾਂ ਨਾਲ ਮਿਲਦੀਆਂ ਨੇ। ਉਹਨਾਂ ਦਿਨਾਂ ਦੇ ਵਿੱਚ ਸਰਦਾਰ ਲਛਮਣ ਸਿੰਘ ਧਾਰੋਵਾਲੀ ਹੋਣਾ ਨੇ ਆਪਣੇ ਪਿੰਡ ਇੱਕ ਬਹੁਤ ਵੱਡਾ ਇਕੱਠ ਕੀਤਾ, ਜਿਹਦੇ ਵਿੱਚ ਨਿਰਣਾ ਲਿਆ ਗਿਆ ਕਿ ਸ਼੍ਰੀ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਇਆ ਜਾਵੇ। ਉਹਨਾਂ ਨੇ ਅਰਦਾਸ ਵੀ ਕੀਤੀ, ਮਾਲਕਾ ਜੇ ਕਿਤੇ ਇਹ ਸ਼ਹਾਦਤ ਮੈਨੂੰ ਬਖਸ਼ੋ ਤੇ ਜਿਹੜਾ ਇਹਨਾਂ ਮਹੰਤਾਂ ਨੇ ਮਾਨੋ ਮਲੀਨਤਾ ਦਾ ਚਿੱਕੜ ਗੁਰੂ ਘਰਾਂ ਵਿੱਚ ਲਿਆ ਕੇ ਗੁਰੂ ਘਰਾਂ ਨੂੰ ਮਲੀਨ ਕਰਨ ਦਾ ਯਤਨ ਕੀਤਾ, ਮੈਂ ਆਪਣੀ ਸ਼ਹਾਦਤ ਦੇ ਕੇ ਆਪਣੇ ਖੂਨ ਨਾਲ ਇਸ ਚਿੱਕੜ ਨੂੰ ਧੋ ਕੇ ਆਪਣੇ ਗੁਰੂ ਸਾਹਿਬਾਨ ਦੇ ਜਿਹੜੇ ਗੁਰਧਾਮ ਨੇ ਉਹਨਾਂ ਨੂੰ ਆਜ਼ਾਦ ਕਰਾਵਾਂ। ਇੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕੱਠ ਕਰਕੇ ਐਲਾਨ ਕੀਤਾ ਕਿ 4, 5, 6 ਮਾਰਚ 1921 ਨੂੰ ਉੱਥੇ ਬਹੁਤ ਵੱਡਾ ਇਕੱਠ ਕੀਤਾ ਜਾਵੇਗਾ। ਪਰ ਸਰਦਾਰ ਲਛਮਣ ਸਿੰਘ ਧਾਰੋਵਾਲੀ ਹੋਣਾ ਸੋਚਿਆ ਕਿ ਲੱਖਾਂ ਦਾ ਇਕੱਠ ਹੋ ਜਾਣਾ ਹੈ ਤੇ ਮਹੰਤ ਨਰੈਣੂ ਨੇ ਆਪਣੇ ਗੁੰਡਿਆਂ ਰਾਹੀਂ ਹਮਲਾ ਕਰਵਾ ਕੇ ਸਿੱਖ ਆਗੂਆਂ ਦਾ ਇੰਨਾ ਨੁਕਸਾਨ ਕਰ ਦੇਣਾ ਜਿਹਦੀ ਭਰਪਾਈ ਕਰਨ ਵਾਸਤੇ ਸਦੀਆਂ ਲੱਗ ਸਕਦੀਆਂ ਨੇ। ਕਿਉਂ ਨਾ ਹੋਵੇ ਕਿ 4, 5, 6 ਮਾਰਚ 1921 ਉਡੀਕਣ ਦੀ ਜਗ੍ਹਾ ਕਿਤੇ 20-21 ਫਰਵਰੀ 1921 ਨੂੰ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਨ ਵਾਸਤੇ ਇਹਦੀ ਸ਼ੁਰੂਆਤ ਕੀਤੀ ਜਾਵੇ। ਜਿਵੇਂ ਜਥੇਦਾਰ ਲਛਮਣ ਸਿੰਘ ਧਾਰੋਵਾਲੀ ਸ਼੍ਰੀ ਨਨਕਾਣਾ ਸਾਹਿਬ ਜਥਾ ਲੈ ਕੇ ਪਹੁੰਚਦੇ ਨੇ, ਉਹ ਇਤਿਹਾਸ ਤੁਸੀਂ 20-21 ਫਰਵਰੀ ਨੂੰ ਸੁਣਨਾ। ਕੱਲ੍ਹ ਨੂੰ ਵੀ ਆਪਾਂ ਯਤਨ ਕਰਾਂਗੇ ਕਿ ਇਸ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ, ਸਿਆਲਕੋਟ ਬਾਬੇ ਕੀ ਬੇਰ ਜਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਜਿਹੜਾ ਸੀ ਉਹ ਸਿੱਖ ਸੰਗਤਾਂ ਨੇ ਕਿਵੇਂ ਆਪਣੇ ਹੱਥਾਂ ਵਿੱਚ ਲਿਆ। ਕਿਉਂਕਿ ਸਤਿਗੁਰੂ ਜੀ ਨੇ ਜੋ ਮੁੱਖ ਵਾਕ ਵਿੱਚ ਸਾਨੂੰ ਅੱਜ ਬਖਸ਼ਿਸ਼ ਕੀਤਾ ਹੈ ਕਿ ਜਿਹੜੇ ਰੱਬ ਤੋਂ ਟੁੱਟ ਜਾਂਦੇ ਨੇ, ਚਰਿੱਤਰਹੀਣ ਨੇ, ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੈ ਜਿਵੇਂ ਬਗਲਾ ਜਿਹੜਾ ਹੈ ਉਹ ਸਰਵਰ ਨੂੰ, ਸਾਗਰ ਨੂੰ ਛੱਡ ਕੇ ਛੱਪੜ ਦੇ ਕੋਲ ਜਾਂਦਾ ਹੈ ਤੇ ਅੱਗੇ ਨਾਲੋਂ ਵੀ ਉਹ ਮੈਲਾ ਹੋ ਜਾਂਦਾ ਹੈ ਤੇ ਜਿਹੜਾ ਆਪ ਮੈਲਾ ਹੈ ਉਹ ਜਿਹੜੇ ਥਾਂ ਤੇ ਜਾਵੇਗਾ ਉਹਨਾਂ ਦੇ ਨਾਲ ਜਿਹੜੇ ਅਸਥਾਨ ਨੇ ਉਹਨਾਂ ਵਿੱਚ ਵੀ ਮਲੀਨਤਾ ਪਹੁੰਚਦੀ ਹੈ। ਕਿਉਂਕਿ ਮਹੰਤਾਂ ਦਾ ਕਿਰਦਾਰ ਹੀ ਇਹੋ ਜਿਹਾ ਸੀ ਕਿ ਉਹ ਬਗਲਾ ਬਿਰਤੀ ਦੇ ਧਾਰਨੀ ਹੋ ਚੁੱਕੇ ਸਨ। ਸਤਿਗੁਰੂ ਕਿਰਪਾ ਕਰ ਰਹੇ ਨੇ। ਰਹਾਓ ਵਾਲੇ ਬੰਦ ਵਿੱਚ ਸਤਿਗੁਰੂ ਜੀ ਨੇ ਜੋ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ, ਕਿਆ ਬੱਗ ਬੱਪੜਾ ਛਪੜੀ ਨਹਾਏ, ਕੀਚੜ ਡੂਬੈ ਮੈਲ ਨਾ ਜਾਏ ਰਹਾਓ, ਕਿ ਜਿਹੜਾ ਰੱਬ ਤੋਂ ਟੁੱਟਾ ਹੋਇਆ ਹੈ, ਜਿਹੜਾ ਇਨਸਾਨੀਅਤ ਤੋਂ ਗਿਰ ਗਿਆ ਹੈ, ਐਸਾ ਬਗਲਾ ਕੀ ਵਿਚਾਰਾ ਛਪੜੀਆਂ ਵਿੱਚ ਨਹਾਉਂਦਾ ਫਿਰਦਾ, ਉਹਨੂੰ ਨਹਾ ਕੇ ਕੀ ਪ੍ਰਾਪਤ ਹੋਵੇਗਾ, ਸਗੋਂ ਚਿੱਕੜ ਵਿੱਚ ਡੁੱਬ ਕੇ ਉਹ ਹੋਰ ਵੀ ਮੈਲਾ ਹੋ ਜਾਂਦਾ ਹੈ ਤੇ ਉਹਦੀ ਇਹ ਮੈਲ ਜਿਹੜੀ ਹੈ ਉਹ ਉਤਰਦੀ ਨਹੀਂ ਹੈ। ਆਓ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਰਾਗ ਅੰਦਰ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ, ਜਿਸ ਨੂੰ ਦੂਜੇ ਘਰ ਵਿੱਚ ਗਾਉਣ ਦੀ ਪ੍ਰੇਰਨਾ ਹੈ। 8 ਪਦੇ ਹੋਣ ਕਰਕੇ ਸ਼ਬਦ ਦਾ ਸਿਰਲੇਖ ਉੱਪਰ ਸਤਿਗੁਰਾਂ ਅਸ਼ਟਪਦੀਆਂ ਰੱਖਿਆ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 685 ਅਤੇ 686 ਤੇ ਇਹ ਅੰਮ੍ਰਿਤਮਈ ਬਚਨ ਸ਼ੋਭਨੀਕ ਹਨ। ਜਿਵੇਂ ਹਰ ਕਵੀ, ਹਰ ਲਿਖਾਰੀ ਆਪਣੀ ਰਚਨਾ ਦੀ ਆਰੰਭਤਾ ਵੇਲੇ ਆਪਣੇ ਇਸ਼ਟ ਦਾ ਮੰਗਲ ਕਰਦਾ ਹੈ। ਸਤਿਗੁਰੂ ਜੀ ਦਾ ਇਸ਼ਟ ਪਰਮਾਤਮਾ ਹੈ। ਉਹ ਪਰਮਾਤਮਾ ਜਿਹੜਾ ਇੱਕ ਹੈ ਤੇ ਸਰਬ ਵਿਆਪਕ ਹੈ, ਉਹਦਾ ਮੰਗਲ ਸਤਿਗੁਰੂ ਜੀ ਕਰ ਰਹੇ ਨੇ। ਇੱਕ ਓੰਕਾਰ, ਉਹ ਪ੍ਰਭੂ ਇੱਕ ਹੈ, ਸਰਬ ਦਾ ਪ੍ਰਕਾਸ਼ਕ ਹੈ। ਓੰਗ ਦਾ ਅਰਥ ਹੈ ਸਰਬ ਵਿਆਪੀ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਤੇ ਚੱਲ ਰਹੀ ਹੈ। ਉਹ ਸਤ ਸਰੂਪ ਹੋਣ ਕਰਕੇ ਸੱਚੇ ਗੁਰੂ ਦੀ ਕਿਰਪਾ ਗੁਰ ਪ੍ਰਸਾਦ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਗੁਰ ਸਾਗਰ ਰਤਨੀ ਭਰਪੂਰੇ। ਇਹ ਭਾਈ ਗੁਰੂ ਇੱਕ ਐਸਾ ਸਾਗਰ ਹੈ ਜਿਹੜਾ ਪ੍ਰਮਾਤਮਾ ਦੀ ਸਿਫਤ ਸਲਾਹ, ਪ੍ਰਮਾਤਮਾ ਦੇ ਗੁਣਾ ਰੂਪੀ ਰਤਨਾ ਨਾਲ ਨੱਕੋ ਨੱਕ ਭਰਿਆ ਪਿਆ ਹੈ। ਭਾਵ ਸਤਿਗੁਰ ਵਿੱਚ ਅੰਮ੍ਰਿਤ ਹੈ, ਅੰਮ੍ਰਿਤ ਕਹੈ ਕਹਾਏ। ਛੁਟਤ ਪਰਵਾ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ। ਗੁਰੂ
ਸੱਚਮੁੱਚ ਇੱਕ ਐਸਾ ਸਰੋਵਰ ਹੈ, ਐਸਾ ਸਾਗਰ ਹੈ ਜਿਹਦੇ ਵਿੱਚ ਕੀਮਤੀ ਰਤਨ ਹਨ। ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਜਿਹੜੇ ਸੰਤ ਜਨ ਨੇ ਗੁਰਮੁਖ ਪਿਆਰੇ, ਉਹ ਇਸ ਆਤਮਿਕ ਜੀਵਨ ਦੇਣ ਵਾਲੇ ਜਿਹੜੇ ਮੋਤੀ ਨੇ, ਇਹਨਾਂ ਨੂੰ ਚੁਗਦੇ ਹਨ ਤੇ ਇਸ ਸਾਗਰ ਤੋਂ ਉਹ ਦੂਰ ਨਹੀਂ ਜਾਂਦੇ। ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ। ਜਦੋਂ ਪ੍ਰਭੂ ਨੂੰ ਭਾਉਂਦਾ ਹੈ, ਭਾਵ ਮਾਲਕ ਦੀ ਨਜ਼ਰ ਹੁੰਦੀ ਹੈ, ਤੇ ਉਹ ਹਰੀ ਰਸ ਦਾ ਚੋਗ ਆਤਮਿਕ ਖੁਰਾਕ ਚੁਗਦੇ ਹਨ। ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਫਿਰ ਹੰਸ ਬਿਰਤੀ ਦਾ ਜਗਿਆਸੂ ਇਸ ਸਾਗਰ, ਇਸ ਸਰੋਵਰ ਵਿੱਚੋਂ ਹੀ, ਭਾਵ ਗੁਰੂ ਰੂਪੀ ਸਰੋਵਰ ਵਿੱਚੋਂ ਪ੍ਰਾਣਾਂ ਦੇ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ। ਕਿਆ ਬਗ ਬਪੜਾ ਛਪੜੀ ਨਾਏ। ਪਰ ਵਿਚਾਰਾ ਬਗਲਾ ਜਿਹੜਾ ਰੱਬ ਤੋਂ ਟੁੱਟਾ ਹੋਇਆ, ਜਿਹੜਾ ਗੁਰੂ ਸਾਗਰ ਤੋਂ ਦੂਰ ਜਾ ਕੇ ਡੇਰਿਆਂ ਤੇ ਟੋਬਿਆਂ ਤੇ ਛਪੜਾਂ ਤੇ ਮਾਨੋ ਹੁਣ ਲੱਭ ਰਿਹਾ, ਉਹ ਵਿਚਾਰਾ ਕੀ ਨਹਾਵੇ, ਕਿਉਂਕਿ ਉਹਦੇ ਨਹਾਉਣ ਨਾਲ, ਉਹਨੂੰ ਲੱਭਣ ਨਾਲ ਕੋਈ ਫਾਇਦਾ ਤੇ ਹੁੰਦਾ ਨਹੀਂ। ਕੀਚੜ ਡੋਬੈ ਮੈਲ ਨ ਜਾਏ। ਸਗੋਂ ਉਹ ਚਿੱਕੜ ਵਿੱਚ ਡੁੱਬਦਾ ਤੇ ਉਹਦੀ ਐਵੇਂ ਮੈਲ ਲੱਥਦੀ ਨਹੀਂ। ਰਹਾਉ ਇਹ ਪਾਵਨ ਤੁਕਾਂ ਜਿਹੜੀਆਂ ਨੇ ਸਤਿਗੁਰਾਂ ਨੇ ਰਹਾਉ ਵਾਲੀਆਂ ਉਚਾਰਨ ਕੀਤੀਆਂ, ਜਿਹਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ, ਅੰਤਰੀ ਭਾਵ ਹੈ। ਭਾਈ ਗੁਰਦਾਸ ਜੀ ਨੇ ਵੀ ਸਾਨੂੰ ਸਮਝਾਇਆ ਵੀ ਇੱਛਾ ਹੋਵੇ ਅੰਬ ਖਾਣ ਦੀ ਤੇ ਕੋਈ ਸਾਨੂੰ ਕਵੇ ਇਮਲੀ ਖਾ ਲਵੋ, ਕਦੇ ਇਮਲੀ ਖਾਣ ਨਾਲ ਅੰਬ ਖਾਣ ਦੀ ਸਦਰ ਪੂਰੀ ਨਹੀਂ ਹੁੰਦੀ। ਚਿੱਤ ਕਰੇ ਕਿ ਪਿਤਾ ਦੀ ਗੋਦ ਵਿੱਚ ਬਹਿਣਾ ਤੇ ਕੋਈ ਕਵੇ ਕਿ ਚਲੋ ਤੁਹਾਨੂੰ ਕਿਸੇ ਗਵਾਂਢੀ ਦੀ ਗੋਦ ਵਿੱਚ ਬਿਠਾ ਦਿੰਨੇ ਆ, ਪਿਤਾ ਦਾ ਪਿਆਰ ਕਦੇ ਗਵਾਂਢੀ ਦੀ ਗੋਦ ਵਿੱਚੋਂ ਨਹੀਂ ਜੇ ਮਿਲਦਾ। ਸੱਚਮੁੱਚ ਜਿਹੜਾ ਸਾਗਰ ਵਿੱਚ ਖਜ਼ਾਨਾ ਹੈ, ਉਹ ਛਪੜਾਂ ਵਿੱਚੋਂ ਨਹੀਂ ਮਿਲਦਾ। ਵਰਖਾ ਦੇ ਪਾਣੀ ਦੇ ਬਰਾਬਰ ਕਦੇ ਖੂਹ ਦੇ ਪਾਣੀ ਦਾ ਉੱਥੇ ਕੀ ਮੇਲ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਵੇਂ ਚੰਦਨ ਜਿਹੜਾ ਹੈ ਉਹਦੀ ਸੁਗੰਧੀ ਦੇ ਬਰਾਬਰ ਕਦੇ ਪਲਾਹ ਵਰਗਾ ਦਰਖਤ ਜਿਹੜਾ ਉਹਦੇ ਤੁਲ ਕਿਵੇਂ ਪਹੁੰਚ ਸਕਦਾ। ਇਸੇ ਤਰ੍ਹਾਂ ਜਿੰਨੀ ਦਿਆਲਤਾ ਮੇਰੇ ਸਤਿਗੁਰੂ ਵਿੱਚ ਹੈ, ਕਿਸੇ ਅਲਪ ਸ਼ਕਤੀ ਵਿੱਚ ਨਹੀਂ। ਭਾਈ ਗੁਰਦਾਸ ਜੀ ਨੇ ਨਿਰਣਾ ਦਿੱਤਾ, ਕਹਿਣ ਲੱਗੇ, ਆਂਬ ਕੀ ਸਦਰ ਕਤ ਮਿਟਤ ਆਮਲੀ ਖਾਏ, ਪਿਤਾ ਕਾ ਪਿਆਰ ਨਾ ਪੜੋਸੀ ਪੈ ਪਾਈਐ। ਸਾਗਰ ਕੀ ਨਿਧ ਕਤ ਪਾਈਤ ਪੋਖਰ ਸੈ, ਦਿਨਕਰ ਸਮ ਦੀਪ ਜੋਤ ਨਾ ਪੁਜਾਈਐ। ਇੰਦਰ ਬਰਖਾ ਸਮਾਨ ਪੁਜਸ ਨਾ ਕੂਪ ਜਲ, ਚੰਦਨ ਸੁਬਾਸ ਨਾ ਪਲਾਸ ਮਹਿਕਾਈਐ। ਸ਼੍ਰੀ ਗੁਰ ਦਿਆਲ ਕੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਿਮੰਡ ਉਦੈ ਅਸਤ ਲੋਧਾਈਐ। ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ, ਦੁਨੀਆ ਦੇ ਇੱਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤੱਕ ਭਟਕਾਓ। ਸਤਿਗੁਰੂ ਵਰਗੀ ਦਿਆਲਤਾ ਕਿਸੇ ਹੋਰ ਅਲਪ ਸ਼ਕਤੀ ਵਿੱਚ ਨਹੀਂ ਹੈ। ਰੱਖ ਰੱਖ ਚਰਨ ਧਰੇ ਵਿਚਾਰੀ। ਜਿਹੜੇ ਪ੍ਰਭੂ ਭਗਤ ਜਾਂ ਗੁਰਮੁਖ ਪਿਆਰੇ ਗੁਰਸਿੱਖ ਨੇ, ਉਹ ਐਸੇ ਹੰਸ ਬਣ ਜਾਂਦੇ ਨੇ ਕਿ ਉਹ ਆਪਣੇ ਜੀਵਨ ਵਿੱਚ ਜਿਹੜੇ ਕਦਮ ਰੱਖਦੇ ਨੇ ਬੜੇ ਵਿਚਾਰ ਨਾਲ, ਸੋਚ ਸੋਚ ਕੇ, ਭਾਵ ਉਹਨਾਂ ਦੇ ਜਿਹੜੇ ਪੈਰ ਨੇ ਉਹ ਗਲਤ ਪਾਸੇ ਨਹੀਂ ਤੁਰਦੇ। ਰੱਖ ਰੱਖ ਚਰਨ ਧਰੇ ਵਿਚਾਰੀ, ਉਹ ਪੂਰੀ ਵਿਚਾਰ ਨਾਲ ਕਿ ਸਾਡੇ ਜਿਹੜੇ ਪੈਰ ਨੇ, ਸਾਡੇ ਚਰਨ ਨੇ, ਉਹ ਕਿੱਧਰ ਤੁਰਨੇ ਚਾਹੀਦੇ ਨੇ ਤੇ ਕਿੱਧਰੋਂ ਗੁਰੂ ਨੇ ਰੋਕਿਆ ਹੋਇਆ। ਦੁਬਦਾ ਛੋੜ ਭਏ ਨਿਰੰਕਾਰੀ। ਉਹ ਦੁਚਿੱਤਾਪਨ ਛੱਡ ਕੇ, ਵੀ ਸ਼ਾਇਦ ਇੱਕ ਪਰਮਾਤਮਾ ਦੀ ਪੂਜਾ ਹੈ ਤੇ ਇੱਕ ਕਿਸੇ ਹੋਰ ਦੀ ਪੂਜਾ ਹੈ, ਇਹ ਦੁਬਦਾ ਛੱਡ ਕੇ ਉਹ ਪੂਰਨ ਤੌਰ ਤੇ ਨਿਰੰਕਾਰੀ ਬਣ ਜਾਂਦੇ ਨੇ, ਭਾਵ ਨਿਰੰਕਾਰ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਨੇ। ਇਹੀ ਕਾਰਨ ਕਿ ਸਿੱਖ ਹੀ ਅਸਲ ਵਿੱਚ ਨਿਰੰਕਾਰ ਨੂੰ ਮੰਨਣ ਵਾਲਾ ਹੈ, ਇਹਨੂੰ ਕਿਸੇ ਨਕਲੀ ਨਿਰੰਕਾਰੀ ਦੀ ਲੋੜ ਨਹੀਂ ਹੈ। ਸਿੱਖ ਜਿਹੜਾ ਹੈ ਨਿਰੰਕਾਰ ਦਾ ਪੁਜਾਰੀ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਇਸ ਲਈ ਗਰੀਬ ਨਵਾਜ਼ ਨੇ ਕਿਰਪਾ ਕੀਤੀ ਕਿ ਐਸਾ ਮਨੁੱਖ ਨਿਰੰਕਾਰ ਨਾਲ ਜੁੜ ਕੇ ਨਿਰੰਕਾਰ ਦਾ ਰੂਪ ਬਣ ਜਾਂਦਾ ਹੈ। ਦੁਬਦਾ ਛੋੜ ਭਏ ਨਿਰੰਕਾਰੀ, ਜਿਹੜਾ ਨਿਰੰਕਾਰ ਵਾਹਿਗੁਰੂ ਨੂੰ ਮੰਨਦਾ ਹੈ ਉਹ ਫਿਰ ਦੁਬਦਾ ਵਿੱਚ ਨਹੀਂ ਪੈਂਦਾ। ਮੁਕਤ ਪਦਾਰਥ ਹਰ ਰਸ ਚਾਖੇ। ਉਹ ਮੁਕਤੀ ਦਾ ਪਦਾਰਥ ਜਿਹੜਾ ਸੱਚਮੁੱਚ ਮੋਹ ਮਾਇਆ ਦੇ ਬੰਧਨ ਕੱਟਣ ਵਾਲਾ ਹੈ, ਜਦੋਂ ਹਰੀ ਨਾਮ ਦਾ ਰਸ ਚੱਖਿਆ ਜਾਵੇ ਤੇ ਜੀਵ ਨੂੰ ਐਸਾ ਮਾਨੋ ਬੰਧਨ ਕੱਟਣ ਵਾਲਾ ਕੀਮਤੀ ਪਦਾਰਥ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਆਵਣ ਜਾਨ ਰਹੇ ਗੁਰ ਰਾਖੇ। ਐਸੇ ਗੁਰਸਿੱਖਾਂ ਨੂੰ ਗੁਰੂ ਜੀ ਰੱਖ ਲੈਂਦੇ ਨੇ, ਬਚਾ ਲੈਂਦੇ ਨੇ, ਫਿਰ ਉਹਨਾਂ ਦਾ ਆਵਣ ਜਾਵਣ ਜਨਮ ਮਰਨ ਮਿਟ ਜਾਂਦਾ ਹੈ। ਸਰਵਰ ਹੰਸਾ ਛੋੜ ਨਾ ਜਾਏ। ਸੋ ਹੰਸ ਜਿਹੜੇ ਨੇ ਐਸੇ ਸਰੋਵਰ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਂਦੇ। ਪ੍ਰੇਮ ਭਗਤ ਕਰ ਸਹਿਜ ਸਮਾਏ। ਸਗੋਂ ਉਹ ਪ੍ਰੇਮਾ ਭਗਤੀ ਕਰ
ਕਰਕੇ ਅਡੋਲਤਾ ਰਾਹੀਂ ਲੀਨ ਹੋ ਜਾਂਦੇ ਨੇ ਪ੍ਰਮਾਤਮਾ ਵਿੱਚ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ। ਜਿਹੜੇ ਜੀਵ ਰੂਪੀ ਹੰਸ ਆਪਣੇ ਆਪ ਨੂੰ ਪਰਮਾਤਮਾ ਰੂਪੀ ਸਰੋਵਰ ਵਿੱਚ ਜਾਂ ਸਿੱਖ ਰੂਪੀ ਹੰਸ ਗੁਰੂ ਰੂਪੀ ਸਰੋਵਰ ਵਿੱਚ ਟਿਕਾ ਦਿੰਦੇ ਨੇ ਤੇ ਗੁਰੂ ਤੇ ਪਰਮੇਸ਼ਰ ਫਿਰ ਉਹਨਾਂ ਦੇ ਵਿੱਚ ਆਪਣਾ ਆਪ ਪ੍ਰਗਟ ਕਰ ਦਿੰਦਾ ਹੈ। ਇਹੀ ਕਾਰਨ ਕਿ ਭਾਈ ਮਰਦਾਨਾ ਜੀ ਵਰਗੇ, ਬਾਬਾ ਬੁੱਢਾ ਜੀ ਵਰਗੇ, ਜਿਨ੍ਹਾਂ ਨੂੰ ਸੱਚਮੁੱਚ ਅਸੀਂ ਪਰਮਹੰਸ ਕਹਿ ਸਕਦੇ ਹਾਂ, ਸਤਿਗੁਰਾਂ ਨੇ ਭਾਈ ਪਾਰੋ ਜੁਲਕਾ ਜੀ ਨੂੰ ਪਰਮਹੰਸ ਦਾ ਖਿਤਾਬ ਦਿੱਤਾ ਸੀ। ਤੇ ਜਦੋਂ ਸੱਜਣ ਠੱਗ ਦੀ ਹਵੇਲੀ ਵਿੱਚ ਗੁਰੂ ਨਾਨਕ ਸਾਹਿਬ ਗਏ, ਉਹਨੂੰ ਸਮਝਾਇਆ ਕਿ ਬਾਹਰੋਂ ਸੱਜਣਾ ਦਾ ਭੇਖ ਤੇ ਅੰਦਰ ਠੱਗੀਆਂ, ਇਹ ਤੇ ਬਗਲਾ ਬਿਰਤੀ ਹੈ। ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਨ। ਜੇ ਬਨਾਰਸ ਦੀ ਧਰਤੀ ਤੇ ਗਏ ਤੇ ਚਤਰਦਾਸ ਪੰਡਤ ਸਾਲਗ੍ਰਾਮ ਨੂੰ ਠਾਕਰ ਕਹਿ ਕੇ ਪੂਜ ਰਿਹਾ ਸੀ। ਸਾਹਿਬ ਕਹਿਣ ਲੱਗੇ ਕਮਾਲ ਹੋ ਗਿਆ ਵੀ ਠਾਕਰ ਤਾਂ ਪਰਮਾਤਮਾ ਹੈ, ਤੂੰ ਠਾਕੁਰ ਤੁਮ ਪੈ ਅਰਦਾਸ। ਲੋਕੀ ਪੱਥਰਾਂ ਨੂੰ ਠਾਕਰ ਕਹੀ ਜਾਂਦੇ ਨੇ, ਜਾਂ ਕਿਸੇ ਜਗੀਰਦਾਰ ਘਰਾਣਿਆਂ ਨੂੰ ਠਾਕਰ ਕਹਿ ਕੇ ਸਾਹਿਬ ਕਹਿੰਦੇ ਨਹੀਂ, ਠਾਕੁਰ ਹਮਰਾ ਸਦ ਬੁਲੰਦਾ। ਉੱਥੇ ਫਿਰ ਸ਼ਬਦ ਉਚਾਰਨ ਕੀਤਾ ਸੀ, ਸਾਲ ਗ੍ਰਾਮ ਵਿਪ ਪੂਜ ਮਨਾਵੋ ਸੁਕਰ ਤੁਲਸੀ ਮਾਲਾ। ਤੇ ਜਦੋਂ ਸ਼ਬਦ ਦੀ ਸਮਾਪਤੀ ਕੀਤੀ ਤੇ ਪੰਡਤ ਚਤਰਦਾਸ ਨੂੰ ਕਿਹਾ, ਕਹਿਣ ਲੱਗੇ ਅਰਦਾਸ ਕਰਿਆ ਕਰ, ਆ ਰੱਬ ਨਾਲੋਂ ਟੁੱਟ ਕੇ ਬਗਲਾ ਬਣਿਆ ਪਿਆ, ਹੰਸ ਬਣ, ਰੱਬ ਦੀ ਪੂਜਾ ਕਰ। ਬਗਲੇ ਤੇ ਪੁਨ ਹੰਸਲਾ ਹੋਵੇ, ਜੇ ਤੂੰ ਕਰੈਂ ਦਿਆਲਾ, ਪ੍ਰਣਵਤ ਨਾਨਕ ਦਾਸਨ ਦਾਸਾ, ਦਇਆ ਕਰੋ ਦਿਆਲਾ। ਰੱਬ ਦੀ ਪੂਜਾ ਹੰਸ ਬਿਰਤੀ ਹੈ ਤੇ ਰੱਬ ਤੋਂ ਹਟ ਕੇ ਛੋਟੀਆਂ ਸ਼ਕਤੀਆਂ ਨੂੰ ਪੂਜਣਾ ਇਹ ਬਗਲਾ ਬਣਨਾ ਹੈ। ਸਾਹਿਬ ਕਹਿਣ ਲੱਗੇ ਪੰਡਤ ਜੀ ਕੀ ਬਗਲਾ ਬਣੇ ਪਏ ਹੋ, ਰੱਬ ਅੱਗੇ ਅਰਦਾਸ ਕਰੋ ਤੈਨੂੰ ਹੰਸ ਬਣਾਵੇ ਤੇ ਤੂੰ ਰੱਬ ਦੀ ਪੂਜਾ ਕਰ। ਇਸ ਕਰਕੇ ਸਤਿਗੁਰੂ ਕਿਰਪਾ ਕਰ ਰਹੇ ਨੇ ਕਿ ਜਿਹੜੇ ਹੰਸ ਬਣ ਕੇ ਗੁਰੂ ਨਾਲ ਜੁੜ ਜਾਂਦੇ, ਗੁਰੂ ਆਪਣਾ ਆਪ ਉਹਨਾਂ ਵਿੱਚ ਟਿਕਾ ਦਿੰਦਾ ਹੈ। ਕਥ ਕਥਾ ਗੁਰ ਬਚਨੀ ਆਦਰ। ਜਦੋਂ ਪ੍ਰਭੂ ਭਗਤ ਤੇ ਪ੍ਰਭੂ ਇੱਕਮਿਕ ਹੁੰਦੇ ਨੇ, ਜਾਂ ਗੁਰੂ ਤੇ ਸਿੱਖ ਜਦੋਂ ਮਾਨੋ ਲਿਵ ਜੋੜ ਕੇ ਸਿੱਖ ਗੁਰੂ ਵਿੱਚ ਅਭੇਦ ਹੋ ਜਾਂਦਾ ਹੈ, ਤੇ ਸਤਿਗੁਰੂ ਕਿਰਪਾ ਕਰਕੇ ਆਖਦੇ ਨੇ ਕਿ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਪ੍ਰੇਮ ਰੰਗ ਭੀਨਾ। ਜਦੋਂ ਆਖਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਸਾਹਿਬ ਕਹਿੰਦੇ ਬੜੀ ਇਹ ਅਕਥ ਕਥਾ ਹੈ, ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਇਹਨੂੰ ਕੇਵਲ ਅਨੁਭਵ ਕਰਕੇ ਆਖਿਆ ਜਾ ਸਕਦਾ ਕਿ ਜਿਹੜਾ ਗੁਰੂ ਦੇ ਬਚਨਾਂ ਤੇ ਚੱਲਦਾ ਉਹਨੂੰ ਲੋਕ ਪਰਲੋਕ ਵਿੱਚ ਆਦਰ ਮਿਲਦਾ। ਸਤਿਗੁਰਾਂ ਨੇ ਉਹਨਾਂ ਸਿੱਖਾਂ ਨੂੰ ਬੜੀਆਂ ਵਡਿਆਈਆਂ ਦਿੱਤੀਆਂ ਜਿਨ੍ਹਾਂ ਨੇ ਆਪਣਾ ਆਪ ਗੁਰੂ ਵਿੱਚ ਟਿਕਾ ਲਿਆ, ਤੇ ਗੁਰੂ ਨੇ ਫਿਰ ਉਹਨਾਂ ਦੇ ਵਿੱਚ ਆਪਾ ਆਪ ਪ੍ਰਗਟ ਕੀਤਾ, ਭਾਵ ਗੁਣਾ ਕਰਕੇ ਉਹਨਾਂ ਦੀ ਸ਼ਖਸੀਅਤ ਵਿੱਚੋਂ, ਚਾਹੇ ਉਹ ਭਾਈ ਮਨੀ ਸਿੰਘ ਸਨ, ਬਾਬਾ ਦੀਪ ਸਿੰਘ ਜੀ ਸਨ, ਉਹਨਾਂ ਵਿੱਚੋਂ ਗੁਰੂ ਦੀ ਸਿੱਖਿਆ ਦਾ ਝਲਕਾਰਾ ਸੰਸਾਰ ਨੂੰ ਨਜ਼ਰ ਆਉਂਦਾ ਸੀ। ਐਸੇ ਸਿੱਖ ਸੱਚਮੁੱਚ ਹੰਸ ਬਣ ਜਾਂਦੇ ਨੇ ਜਿਹੜੇ ਆਪਣੇ ਆਪ ਨੂੰ ਗੁਰੂ ਦੀ ਖਾਤਰ ਕੁਰਬਾਨ ਵੀ ਕਰ ਦਿੰਦੇ ਨੇ। ਤੇ ਸਰਦਾਰ ਲਛਮਣ ਸਿੰਘ ਧਾਰੋਵਾਲੀ, ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਪਰਵਾਨੇ ਜ਼ਿੰਦਗੀ ਦਾ ਇਤਬਾਰ ਨਹੀਂ ਕਰਦੇ, ਸ਼ਮਾ ਤੇ ਸੜ ਮਰਨੋਂ ਨਹੀਂ ਡਰਦੇ। ਸਫਰੀ ਸਾਹਿਬ ਦੀਆਂ ਲਾਈਨਾਂ ਚੇਤੇ ਆ ਗਈਆਂ ਕਿ ਜਿਸ ਅੱਗ ਵਿੱਚ ਲਛਮਣ ਸਿੰਘ ਸੜਿਆ, ਉਸ ਅੱਗ ਨੂੰ ਪਰਵਾਨਾ ਕੀ ਜਾਣੇ। ਸੱਚਮੁੱਚ ਜਿਵੇਂ ਪਰਵਾਨਾ ਅੱਗ ਦੇ ਉੱਪਰ ਆ ਕੇ ਪਰਿਕਰਮਾ ਕਰਕੇ ਤੇ ਉੱਥੇ ਆਪਣਾ ਆਪ ਕੁਰਬਾਨ ਕਰ ਦਿੰਦਾ ਨਾ। ਜਦੋਂ ਸਰਦਾਰ ਲਛਮਣ ਸਿੰਘ ਧਾਰੋਵਾਲੀ ਤੁਰ ਲੱਗੇ ਸਨ, ਅਰਦਾਸਾ ਸੋਧਿਆ ਗਿਆ, ਮੁਖ ਵਾਕ ਆਇਆ ਜਿਹਦੇ ਵਿੱਚ ਜ਼ਿਕਰ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਸੰਗਤ ਨੇ ਪੁੱਛਿਆ ਜਥੇਦਾਰ ਜੀ ਕੀ ਹੁਕਮ ਹੈ, ਤੇ ਕਹਿਣ ਲੱਗੇ ਮੇਰੇ ਗੁਰੂ ਦਾ ਹੁਕਮ ਹੈ, ਸਿੱਖੋ ਨਨਕਾਣਾ ਸਾਹਿਬ ਆਜ਼ਾਦ ਹੋ ਜਾਵੇਗਾ ਪਰ ਬਚਣਾ ਤੁਸੀਂ ਵੀ ਕੋਈ ਨਹੀਂ। ਉਦੋਂ ਸਰਦਾਰ ਲਛਮਣ ਸਿੰਘ ਹੋਣਾ ਨੇ ਕਿਹਾ ਸੀ ਜੇ ਸਾਡੇ ਸਰੀਰ ਲੱਗ ਕੇ ਸ਼੍ਰੀ ਨਨਕਾਣਾ ਸਾਹਿਬ ਆਜ਼ਾਦ ਹੋ ਜਾਵੇ ਤੇ ਸੌਦਾ ਮਹਿੰਗਾ ਕੋਈ ਨਹੀਂ। ਭਾਵ ਐਸੇ ਗੁਰਸਿੱਖ ਜਿਹੜੇ ਨੇ ਉਹਨਾਂ ਵਿੱਚ ਸਤਿਗੁਰੂ ਕਿਰਪਾ ਕਰਕੇ ਫਿਰ ਆਪਣਾ ਆਪ ਟਿਕਾ ਦਿੰਦੇ ਹਨ। ਸੁਨ ਮੰਡਲ ਇੱਕ ਜੋਗੀ ਬੈਸੇ। ਜੋਗੀ ਦਾ ਅਰਥ ਹੈ ਜੁੜਿਆ ਹੋਇਆ, ਕੋਈ ਗੇਰੂਏ ਕੱਪੜੇ ਵਾਲਾ ਜੋਗੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਨੇ ਸਪਸ਼ਟ ਕਰ ਦਿੱਤਾ, ਜਾਕੋ ਜੋਗੀ ਖੋਜਤ ਹਾਰੇ, ਪਾਇਓ ਨਾਹੇ ਤੇ ਪਾਰਾ, ਸੋ ਸੁਆਮੀ ਤੁਮ ਨਿਕਟ ਪਛਾਨੋ, ਰੂਪ ਰੇਖ ਤੇ ਨਿਆਰਾ। ਜੋਗੀ ਕਿਹੜਾ, ਜਿਹੜਾ ਜੁੜ ਜਾਵੇ, ਬਾਹਰ ਜਾ ਕੇ ਪਰਬਤਾਂ ਤੇ ਨਾ ਬੈਠੇ, ਜਿਹੜਾ ਘਰ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੇ, ਉਹ ਜੋਗੀ ਹੈ। ਸੁਣਿਆ ਸਿੱਧ ਪੀਰ ਸੁਰਨਾਥ। ਜਦੋਂ ਜੋਗੀ ਦਾ ਅਰਥ ਜੁੜ ਜਾਣਾ ਪਰਮਾਤਮਾ ਨਾਲ, ਸਾਹਿਬ ਕਹਿੰਦੇ ਸੁਨ ਮੰਡਲ ਇੱਕ ਜੋਗੀ ਬੈਸੇ। ਸੁਨ ਮੰਡਲ ਜਿੱਥੇ ਅਫੁਰ, ਸੂਨੇ ਭਾਵ
ਜੀਰੋ ਅਵਸਥਾ ਜਿੱਥੇ ਫੁਰਨੇ ਖਤਮ ਹੋ ਜਾਣ, ਸੁਨ ਮੰਡਲ ਅਫੁਰ ਅਵਸਥਾ ਜਿਹੜੀ ਹੈ, ਜਦੋਂ ਕੋਈ ਜੁੜਿਆ ਹੋਇਆ ਪ੍ਰਮਾਤਮਾ ਨਾਲ ਇੱਥੇ ਟਿਕ ਕੇ ਬੈਠਦਾ ਹੈ, ਨਾਰਨ ਪੁਰਖ ਕਹੋ ਕੋ ਕੈਸੇ। ਉਹਦੇ ਲਈ ਫਿਰ ਲਿੰਗ ਭੇਦ ਦੀ ਕੋਈ ਮਹਾਨਤਾ ਨਹੀਂ ਰਹਿ ਜਾਂਦੀ ਵੀ ਆਹ ਲੜਕੀ ਹੈ ਤੇ ਆਹ ਲੜਕਾ ਹੈ, ਆਹ ਇਸਤਰੀ ਹੈ, ਆਹ ਪੁਰਖ ਹੈ, ਆਹ ਗਰੀਬ ਹੈ, ਆਹ ਅਮੀਰ ਹੈ। ਤੇ ਜਥੇਦਾਰ ਲਛਮਣ ਸਿੰਘ ਧਾਰੋਵਾਲੀ ਜਿੱਥੇ ਗਰੀਬੀ ਅਮੀਰੀ ਦੇ ਪਾੜੇ ਦੇ ਵਿਰੋਧ ਸਨ, ਊਚ ਨੀਚ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਬੜਾ ਵੱਡਾ ਇਨਕਲਾਬ ਲਿਆਂਦਾ। ਤੇ ਉੱਥੇ ਭੁਜੰਗਣ ਵਿਦਿਆਲੇ ਵਿੱਚ ਉਸ ਵੇਲੇ ਬੀਬੀਆਂ ਨੂੰ ਪ੍ਰੇਰ ਕੇ ਵਿਦਿਆ ਪੜ੍ਹਾਉਣ ਵਾਸਤੇ, ਗੁਰਬਾਣੀ ਕੀਰਤਨ ਕਰਨ ਵਾਸਤੇ ਜਾਂ ਧਾਰਮਿਕ ਵਿਦਿਆ ਸਿਖਲਾਉਣ ਵਾਸਤੇ ਜਿਹੜਾ ਉਹਨਾਂ ਨੇ ਉਪਰਾਲਾ ਕੀਤਾ, ਸੱਚਮੁੱਚ ਉਹਨਾਂ ਦੀ ਸੋਚ ਜਿਹੜੀ ਸੀ ਵੀ ਇੱਥੇ ਲਿੰਗ ਭੇਦ ਨਹੀਂ, ਕਿਉਂਕਿ ਪ੍ਰਾਣੀ ਨੂੰ ਸਿੱਖਿਆ ਦਿੱਤੀ ਗਈ ਤੇ ਉਹ ਪ੍ਰਾਣੀ ਗਰੀਬ ਅਮੀਰ, ਉਹ ਉੱਚਾ ਨੀਵਾਂ ਜਾਂ ਔਰਤ ਮਰਦ, ਉੱਥੇ ਕੋਈ ਵਖਰੇਵਾਂ ਨਹੀਂ। ਸਾਹਿਬ ਕਹਿੰਦੇ ਜਿਹੜਾ ਰੱਬ ਨਾਲ ਸੱਚੀ ਜੁੜਿਆ ਨਾ, ਜੋਗੀ ਬਣ ਗਿਆ, ਜੁੜਿਆ ਹੋਇਆ ਸੁਨ ਮੰਡਲ ਅਵਸਥਾ ਵਿੱਚ, ਉਹਦੇ ਲਾਗੇ ਸਰੀਰ ਬੈਠਾ ਹੋਵੇ ਤੇ ਸਰੀਰ ਔਰਤ ਦਾ ਹੋਵੇ ਜਾਂ ਪੁਰਖ ਦਾ ਹੋਵੇ, ਉਹਦੇ ਲਈ ਕੋਈ ਨਿਰਣਾ ਨਹੀਂ। ਨਾਰ ਨਾ ਪੁਰਖ ਕਹੋ ਕੋ ਕੈਸੇ, ਉਹਦੇ ਮਨ ਵਿੱਚ ਕੋਈ ਸੰਕਲਪ ਨਹੀਂ ਆਉਂਦਾ ਵੀ ਮੇਰੇ ਲਾਗੇ ਔਰਤ ਬੈਠੀ ਆ, ਮੇਰੇ ਲਾਗੇ ਪੁਰਖ ਬੈਠਾ, ਮੇਰੇ ਲਾਗੇ ਨੀਵੀਂ ਜਾਤ ਦਾ ਬੈਠਾ, ਮੇਰੇ ਲਾਗੇ ਉੱਚੀ ਜਾਤ ਦਾ ਬੈਠਾ, ਕਿਉਂਕਿ ਉਹ ਜੋਤ ਨਾਲ ਰਿਸ਼ਤਾ ਜੋੜਦਾ। ਜਾਣੋ ਜੋਤ ਨਾ ਪੁੱਛੋ ਜਾਤੀ, ਉਹਦੇ ਲਈ ਫਿਰ ਇਹ ਲਿੰਗ ਭੇਦ ਕੋਈ ਮਾਇਨੇ ਨਹੀਂ ਰੱਖਦਾ। ਭਵਨ ਜੋਤ ਰਹੇ ਲਿਵ ਲਾਈ, ਕਿਉਂਕਿ ਉਹਦੇ ਨਾਲ ਲਿਵ ਜੋੜਦਾ ਜਿਹਦੀ ਜੋਤ ਤਿੰਨਾਂ ਭਵਨਾਂ ਦੇ ਵਿੱਚ ਜਗ ਰਹੀ ਹੈ। ਉਹਨਾਂ ਦੇ ਹਿਰਦੇ ਵਿੱਚੋਂ ਆਵਾਜ਼ ਆਉਂਦੀ, ਏਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ। हे ਪ੍ਰਭੂ, ਕੋਈ ਔਰਤ ਹੋਵੇ, ਕੋਈ ਪੁਰਖ ਹੋਵੇ, ਕੋਈ ਗਰੀਬ ਹੋਵੇ, ਕੋਈ ਅਮੀਰ ਹੋਵੇ, ਸਭ ਮੈਂ ਜੋਤ ਜੋਤ ਹੈ ਸੋਏ, ਸਾਰਿਆਂ ਅੰਦਰ ਤੇਰੀ ਜੋਤ ਜਗ ਰਹੀ ਹੈ, ਇਸ ਕਰਕੇ ਸਾਰੇ ਤੇਰਾ ਹੀ ਰੂਪ ਹਨ। ਸੁਰ ਨਰ ਨਾਥ ਸੱਚੇ ਸਰਨਾਈ, ਉਸ ਸੱਚੇ ਵਾਹਿਗੁਰੂ ਦੀ ਸ਼ਰਨ ਲੋਚਦੇ ਨੇ ਸੁਰ ਦੇਵਤੇ, ਨਰ ਮਨੁੱਖ ਤੇ ਵੱਡੇ ਵੱਡੇ ਨਾਥ। ਜਦੋਂ ਉਹਦੇ ਨਾਲ ਲਿਵ ਜੁੜ ਜਾਵੇ ਤੇ ਫਿਰ ਇਹ ਸੰਕਲਪ ਆਉਂਦਾ ਹੀ ਨਹੀਂ ਵੀ ਆਹ ਗਰੀਬ ਹੈ, ਆਹ ਅਮੀਰ ਹੈ, ਆਹ ਆਪਣਾ, ਆਹ ਪੁਰਾਣਾ, ਆਹ ਔਰਤ, ਆਹ ਮਰਦ ਹੈ। ਤੇ ਜਦੋਂ ਸੱਚਮੁੱਚ ਇਹ ਫਰਕ ਸਾਡੀ ਜ਼ਿੰਦਗੀ ਵਿੱਚ ਹੋਵੇ ਤੇ ਅਸੀਂ ਜੋਗੀ ਨਹੀਂ, ਜੁੜੇ ਹੋਏ ਨਹੀਂ, ਰੱਬ ਨਾਲੋਂ ਟੁੱਟੇ ਹੋਏ ਹਾਂ। ਗਰੀਬ ਨਵਾਜ ਕਿਰਪਾ ਕਰਦੇ ਨੇ ਕਿ ਜਦੋਂ ਇਹ ਅਵਸਥਾ ਬਣ ਜਾਂਦੀ ਹੈ, ਆਨੰਦ ਮੂਲ ਅਨਾਥ ਆਧਾਰੀ, ਉਹ ਪ੍ਰਭੂ ਜਿਹੜਾ ਆਨੰਦ ਦਾ ਸੋਮਾ ਹੈ, ਜਿਹੜਾ ਅਨਾਥਾਂ ਦਾ ਆਧਾਰ ਭਾਵ ਸਹਾਰਾ ਹੈ। ਗੁਰਮੁਖ ਭਗਤ ਸਹਿਜ ਵਿਚਾਰੀ, ਐਸੇ ਜਿਹੜੇ ਹੰਸ ਬਿਰਤੀ ਦੇ ਧਾਰਨੀ ਨੇ, ਉਹ ਗੁਰੂ ਦੇ ਰਾਹੀਂ ਜਦੋਂ ਪ੍ਰਮਾਤਮਾ ਦੀ ਭਗਤੀ ਕਰਦੇ ਨੇ, ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦੇ ਨੇ, ਤੇ ਫਿਰ ਸਹਿਜ ਅਡੋਲਤਾ ਦੇ ਵਿੱਚ ਉਹ ਟਿਕ ਜਾਂਦੇ ਹਨ। ਭਗਤ ਵਸ਼ਲ ਪੈ ਕਾਟਣ ਹਾਰੇ, ਉਹ ਪ੍ਰਭੂ ਜਿਹੜਾ ਭਗਤੀ ਕਰਨ ਵਾਲਿਆਂ ਨਾਲ ਪਿਆਰ ਕਰਦਾ ਹੈ, ਭਗਤ ਵਸ਼ਲ, ਉਹਨਾਂ ਦੇ ਫਿਰ ਸਾਰੇ ਡਰ ਵੀ ਉਹ ਦੂਰ ਕਰ ਦਿੰਦਾ ਹੈ। ਹਉਮੈ ਮਾਰ ਮਿਲੇ ਪਗ ਧਾਰੇ, ਐਸੇ ਜੀਵ ਹਉਮੈ ਨੂੰ ਮਾਰ ਕੇ ਸਤ ਸੰਗਤ ਪ੍ਰਭੂ ਦੇ ਬੰਦਗੀ ਵਾਲੇ ਮਾਰਗ ਤੇ ਜਦੋਂ ਪੈਰ ਧਰਦੇ ਨੇ ਤੇ ਫਿਰ ਪ੍ਰਮਾਤਮਾ ਨੂੰ ਮਿਲ ਲੈਂਦੇ ਨੇ ਤੇ ਮਿਲੇ ਰਹਿੰਦੇ ਹਨ, ਭਾਵ ਕਦੇ ਵਿਛੋੜਾ ਨਹੀਂ ਪੈਂਦਾ। ਅਨਕ ਯਤਨ ਕਰ ਕਾਲ ਸੰਤਾਏ, ਪਰ ਜਿਹੜਾ ਰੱਬ ਤੋਂ ਟੁੱਟਾ ਹੋਇਆ ਬਗਲ ਬਿਰਤੀ ਦਾ ਜੀਵ ਹੈ, ਉਹ ਤਾਂ ਅਨੇਕਾਂ ਯਤਨਾਂ ਨਾਲ ਵੇਖੋ ਉਹਨੂੰ ਕਾਲ ਆਤਮਕ ਮੌਤ ਸੰਤਾ ਰਹੀ ਹੈ। ਉਹ ਖਿੰਨ ਖਿੰਨ ਦੇ ਵਿੱਚ ਆਤਮਕ ਮੌਤੇ ਮਰ ਰਹੇ ਹਨ। ਮਤ ਜਾਣੋ ਜਗ ਜੀਵਨ ਦਾ ਦੂਜਾ ਭਾਏ ਮੋਇਆਸ, ਉਹਨਾਂ ਨੂੰ ਕਾਲ ਜਿਹੜਾ ਖਾ ਰਿਹਾ, ਸੁਤਾ ਰਿਹਾ, ਆਤਮਕ ਮੌਤ ਵਿਆਪ ਰਹੀ ਹੈ। ਮਰਨ ਲਿਖਾਏ ਮੰਡਲ ਮਹਿ ਆਏ, ਪਰ ਉਹਨਾਂ ਦੇ ਵੱਸ ਦੀ ਕੀ ਗੱਲ, ਉਹ ਇਹ ਆਤਮਕ ਮੌਤ ਲਿਖਵਾ ਕੇ ਇਸ ਜਗਤ ਵਿੱਚ ਆਏ ਨੇ, ਕਿਉਂਕਿ ਪੂਰਬਲੇ ਜਨਮਾਂ ਕਰਕੇ, ਕਰਮਾਂ ਕਰਕੇ ਆਤਮਕ ਮੌਤ ਜਿਹੜੀ ਹੈ, ਇਹਦੇ ਸੰਸਕਾਰ ਉਹਨਾਂ ਦੇ ਨਾਲ ਲਿਖੇ ਹੋਏ ਹਨ। ਜਨਮ ਪਦਾਰਥ ਦੁਬਦਾ ਖੋਵੈ, ਗੁਰਮੁਖ ਤਾਂ ਜਨਮ ਪਦਾਰਥ ਜਿੱਤਦੇ ਨੇ, ਪਰ ਮਨਮੁਖ ਜਿਹੜਾ ਬਗਲਾ ਹੈ ਉਹ ਦੁਬਦਾ ਵਿੱਚ ਪੈ ਕੇ ਜਦੋਂ ਜਨਮ ਪਦਾਰਥ ਨੂੰ, ਅਮੋਲਕ ਜੀਵਨ ਜਿਹੜਾ ਹੈ, ਇਹਨੂੰ ਗਵਾ ਲੈਂਦੇ ਨੇ। ਪਰ ਜਿਹੜੇ ਪ੍ਰਭੂ ਪਿਆਰੇ ਨੇ ਉਹ ਦੁਬਦਾ ਖੋਵੈ, ਦੁਬਦਾ ਨੂੰ ਦੂਰ ਕਰਕੇ ਜਨਮ ਪਦਾਰਥ ਜਿਹੜਾ ਅਮੋਲਕ ਜਨਮ ਹੈ, ਇਹਨੂੰ ਜਿੱਤਦੇ ਨੇ, ਇਹਨੂੰ ਪ੍ਰਾਪਤ ਕਰ ਲੈਂਦੇ ਹਨ। ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ, ਪਰ ਜਿਹੜੇ ਆਪਾ ਨਹੀਂ ਚੀਨਦੇ,
ਉਹ ਭਟਕਣਾ ਵਿੱਚ ਪੈ ਕੇ ਰੋ ਰੋ ਕੇ ਦੁਖੀ ਹੁੰਦੇ ਨੇ, ਖੁਆਰ ਹੁੰਦੇ ਨੇ। ਕਹਤਾ ਪੜਤਾ ਸੁਣਤਾ ਏਕ, ਪਰ ਪ੍ਰਭੂ ਪਿਆਰੇ ਇੱਕ ਨੂੰ ਹੀ ਪੜ੍ਹਦੇ ਨੇ, ਇੱਕ ਨੂੰ ਹੀ ਸੁਣਦੇ ਨੇ, ਇੱਕ ਨੂੰ ਹੀ ਉਚਾਰਨ ਕਰਦੇ ਹਨ। ਧੀਰਜ ਧਰਮ ਧਰਨੀ ਧਰ ਟੇਕ, ਉਹਨਾਂ ਦੀ ਜ਼ਿੰਦਗੀ ਵਿੱਚ ਜਿਹੜਾ ਸਭ ਤੋਂ ਵੱਡਾ ਧਰਤੀ ਦੀ ਟੇਕ ਆਸਰਾ ਪਰਮੇਸ਼ਰ ਹੈ, ਜਦੋਂ ਉਹਦੀ ਉਹ ਇਬਾਦਤ ਕਰਦੇ ਨੇ ਤੇ ਇਬਾਦਤ ਕਰਨ ਵਾਲਿਆਂ ਦੇ ਜੀਵਨ ਵਿੱਚ ਬੜਾ ਵੱਡਾ ਧੀਰਜ ਆ ਜਾਂਦਾ। ਉਹ ਗੰਭੀਰ ਡੂੰਘੇ ਜਿਗਰੇ ਵਾਲੇ ਬਣ ਜਾਂਦੇ ਨੇ ਤੇ ਆਪਣੇ ਧਰਮ ਨੂੰ, ਆਪਣੇ ਫਰਜ਼ ਨੂੰ ਉਹ ਪਛਾਣਦੇ ਹਨ। ਜਤ ਸਤ ਸੰਜਮ ਹਿਰਦੈ ਸਮਾਏ, ਪ੍ਰਭੂ ਦੀ ਇਬਾਦਤ ਕਰਨ ਨਾਲ ਉਹਨਾਂ ਦੇ ਹਿਰਦੇ ਵਿੱਚ ਜਤ ਸਤ ਤੇ ਸੰਜਮ ਆਦਿ ਗੁਣ ਪੈਦਾ ਹੋ ਜਾਂਦੇ ਹਨ। ਚੌਥੇ ਪਦ ਕਉ ਜੇ ਮਨ ਪਤੀ ਆਏ, ਤ੍ਰੈ ਗੁਣੀ ਮਾਇਆ ਹੈ, ਰਜ ਗੁਣ ਤਮ ਗੁਣ ਸਤ ਗੁਣ ਕਹੀਐ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ ਤਿਨ ਹੀ ਪਰਮ ਪਦ ਪਾਇਆ। ਜਿਹੜਾ ਤ੍ਰੈ ਗੁਣੀ ਮਾਇਆ ਤੋਂ ਉੱਪਰ ਉੱਠ ਕੇ ਚੌਥੀ ਅਵਸਥਾ ਵਿੱਚ ਟਿਕ ਜਾਂਦਾ। ਚੌਥੇ ਪਦ ਕੋ ਜੇ ਮਨ ਪਤੀ ਆਏ, ਜੇ ਇਹਦਾ ਮਨ ਗਿੱਝ ਜਾਵੇ ਚੌਥੀ ਪਦਵੀ ਵਿੱਚ, ਚੌਥੀ ਅਵਸਥਾ ਵਿੱਚ, ਸੱਚੇ ਨਿਰਮਲ ਮਹਿਲ ਨ ਲਾਗੈ, ਫਿਰ ਇਹ ਸੱਚੇ ਪ੍ਰਭੂ ਨਾਲ ਜੁੜ ਕੇ ਜਿਹੜਾ ਨਿਰਮਲ ਹੈ, ਜਿਹਨੂੰ ਕਦੇ ਮੈਲ ਨਹੀਂ ਲੱਗਦੀ, ਇਹਦਾ ਜੀਵਨ ਵੀ ਫਿਰ ਪਵਿੱਤਰ ਹੋ ਜਾਂਦਾ ਹੈ। ਇਹਦੇ ਜੀਵਨ ਵਿੱਚ ਲੱਗਣ ਵਾਲੀਆਂ ਮੈਲਾਂ ਤੋਂ ਇਹ ਵੱਧ ਜਾਂਦਾ ਹੈ। ਗੁਰ ਕਾ ਸ਼ਬਦ ਭਰਮ ਪਉ ਭਾਗੈ, ਕਿਉਂਕਿ ਗੁਰੂ ਦੇ ਸ਼ਬਦ ਦੁਆਰਾ ਪ੍ਰਮਾਤਮਾ ਦੀ ਸਿਫਤ ਸਲਾਹ ਕਰਕੇ ਭਟਕਣਾ, ਡਰ ਭੱਜ ਜਾਂਦੇ ਨੇ, ਖਤਮ ਹੋ ਜਾਂਦੇ ਹਨ। ਸੂਰਤ ਮੂਰਤ ਆਦ ਅਨੂਪ, ਉਹ ਪ੍ਰਭੂ ਜਿਹਦੀ ਸੂਰਤ, ਜਿਹਦੀ ਸ਼ਕਲ ਤੇ ਮੂਰਤ ਭਾਵ ਜਿਹਦਾ ਵਜੂਦ ਆਦ ਸ਼ੁਰੂ ਤੋਂ ਹੈ, ਕਦੇ ਡਿਸਟਰਾਏ ਨਹੀਂ ਹੁੰਦਾ, ਖਤਮ ਨਹੀਂ ਹੁੰਦਾ ਉਹਦਾ ਵਜੂਦ। ਤੇ ਅਨੂਪ, ਅਨੂਪਮ, ਜਿਹਨੂੰ ਉਪਮਾ ਨਹੀਂ ਦਿੱਤੀ ਜਾ ਸਕਦੀ, ਜਿਹੜਾ ਆਪਣੀ ਉਪਮਾ ਆਪ ਹੀ ਹੈ। ਇੰਨਾ ਸੁੰਦਰ ਹੈ ਕਿ ਜਿਹਦੇ ਬਾਰੇ ਆਖਿਆ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ, ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ, ਹਮ ਪੀਛੇ ਲਾਗ ਚਲੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ। ਸੁਪਨੈ ਉਬੀ ਭਈ ਗਹਿਓ ਕੀ ਨਾ ਅੰਚਲਾ, ਸੁੰਦਰ ਪੁਰਖ ਬਰਾਜਤ ਪੇਖ ਮਨ ਬੰਚਲਾ। ਪ੍ਰਭੂ ਦਾ ਵਜੂਦ ਜਿਹੜਾ ਹੈ ਉਹ ਟੈਂਡੀ ਬੰਦਸ਼ ਮੈਂ ਕੋਏ ਨਾ ਡਿਠਾ। ਮਹਾਨ ਕੋਸ਼ ਵਿੱਚ ਬੰਦਸ਼ ਦਾ ਅਰਥ ਹੈ ਸ਼ਕਲ, ਬਨਾਵਟ। ਟੈਂਡੀ ਦਾ ਅਰਥ ਹੈ ਤੇਰੀ। ਹੇ ਪ੍ਰਭੂ, ਤੇਰੀ ਸ਼ਕਲ ਵਰਗਾ ਮੈਂ ਅੱਜ ਤੱਕ ਦੂਜਾ ਨਹੀਂ ਵੇਖਿਆ, ਵੀ ਤੂੰ ਉਪਮਾ ਰਹਿਤ ਹੈ, ਤੇਰੇ ਵਰਗਾ ਹੋਰ ਕੋਈ ਨਹੀਂ। ਟੈਂਡੀ ਬੰਦਸ਼ ਮੈਂ ਕੋਏ ਨਾ ਡਿੱਠਾ। ਬੰਦਸ਼ ਦਾ ਅਰਥ ਸ਼ਕਲ, ਮਹਾਨ ਕੋਸ਼ ਵਿੱਚ ਬਨਾਵਟ, ਸ਼ਕਲ ਲਿਖਿਆ। ਟੈਂਡੀ ਬੰਦਸ਼ ਮੈਂ ਕੋਏ ਨਾ ਡਿੱਠਾ, ਮੈਂ ਅੱਜ ਤੱਕ ਕੋਈ ਨਹੀਂ ਵੇਖਿਆ ਤੇਰੇ ਵਰਗਾ ਸੁੰਦਰ। ਤੂੰ ਨਾਨਕ ਮਨ ਭਾਣਾ, ਤੂੰ, ਮੈਂ ਨਾਨਕ ਦੇ ਮਨ ਵਿੱਚ ਭਾਉਣਾ, ਚੰਗਾ ਲੱਗਦਾ, ਕਿਉਂਕਿ ਸਭ ਤੋਂ ਸੁੰਦਰ ਹੈ ਤੂੰ। ਇਸੇ ਕਰਕੇ ਆਖਿਆ ਕਿ ਪਰਮਾਤਮਾ ਨਾਲ ਜੁੜ ਜਾਓ। ਸਾਰੀ ਸੁੰਦਰਤਾ ਜਿਹੜੀ ਹੈ ਉਹ ਪਰਮਾਤਮਾ ਵਿੱਚ ਹੀ ਹੈ, ਪਰਮਾਤਮਾ ਨਾਲੋਂ ਟੁੱਟ ਕੇ ਨਹੀਂ। ਇਸ ਕਰਕੇ ਗਰੀਬ ਨਵਾਜ ਨੇ ਕਿਰਪਾ ਕੀਤੀ ਹੈ ਕਿ ਸੂਰਤ ਮੂਰਤ ਆਦ ਅਨੂਪ, ਉਹ ਪ੍ਰਭੂ ਜਿਹਦੀ ਸ਼ਕਲ, ਜਿਹਦਾ ਵਜੂਦ ਸ਼ੁਰੂ ਤੋਂ ਤੇ ਉਪਮਾ ਰਹਿਤ ਭਾਵ ਸੁੰਦਰ ਹੈ। ਨਾਨਕ ਜਾਚੈ ਸਾਚ ਸਰੂਪ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੀ ਉਸ ਸੱਚੇ ਸਰੂਪ, ਸੱਚੇ ਵਜੂਦ ਵਾਲੇ ਪ੍ਰਭੂ ਤੋਂ ਇਹੀ ਜਾਚਨਾ ਕਰਦੇ ਨੇ ਕਿ ਮਾਲਕ ਜੀ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਦਿਓ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਜਿੱਥੇ ਆਪ ਜੀ ਨੇ ਪਾਵਨ ਮੁਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ, ਆਓ ਉੱਥੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਸਰਵਣ ਕਰੀਏ। ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਗੋਂਡ ਮਹੱਲਾ ਚੌਥਾ। ਐਸਾ ਹਰ ਸੇਵਿਆ ਨਿਤ ਧਿਆਈਆ, ਜੋਖਿਣ ਮੈਂ ਕਿਲ ਵਿਖ ਸਭ ਕਰੇ ਬਿਨਾਸਾ। ਗੋਂਡ ਰਾਗ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਬਚਨ ਨੇ, ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 860 ਤੇ ਸ਼ੋਭਨੀਕ ਨੇ। ਇੱਥੇ ਵੀ ਰਹਾਉ ਵਾਲੇ ਬੰਦ ਵਿੱਚ ਸਤਿਗੁਰੂ ਜੀ ਆਪਣੇ ਮਨ ਨੂੰ ਸੰਬੋਧਨ ਕਰ ਰਹੇ ਨੇ। ਮੇਰੇ ਮਨ ਹਰ ਉੱਪਰ ਕੀਜੈ ਪ੍ਰਵਾਸਾ। ਹੇ ਮੇਰੇ ਮਨਾ, ਹਰੀ ਪਰਮਾਤਮਾ ਦੇ ਉੱਪਰ ਆਪਣਾ ਪ੍ਰਵਾਸਾ ਬਣਾ, ਉਹਦੀ ਓਟ, ਉਹਦੀ ਟੇਕ, ਉਹਦੇ ਤੇ ਵਿਸ਼ਵਾਸ ਰੱਖ ਆਪਣੀ ਜ਼ਿੰਦਗੀ ਦੇ ਵਿੱਚ। ਕਿਉਂਕਿ ਜੈ ਜਾਈਐ ਤੈ ਨਾਲ ਮੇਰਾ ਸੁਆਮੀ, ਹਰ ਆਪਣੀ ਪੈਜ
ਰੱਖੈ ਜਨ ਦਾਸਾ। ਜਿੱਥੇ ਵੀ ਜਾਈਏ ਉਹ ਮੇਰਾ ਸੁਆਮੀ ਮੇਰੇ ਨਾਲ ਹੈ, ਤੇ ਉਹ ਆਪਣੇ ਦਾਸਾਂ ਦੀ ਇੱਜ਼ਤ ਆਪਣੀ ਇੱਜ਼ਤ ਸਮਝ ਕੇ ਉਹਨਾਂ ਦੀ ਇੱਜ਼ਤ ਰੱਖਦਾ। ਤਾਂ ਹੀ ਤਾਂ ਪ੍ਰਭੂ ਪਿਆਰੇ ਇਹ ਆਖਦੇ ਨੇ ਕਿ ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਕਹਿੰਦੇ ਸਾਡਾ ਨਾਮ ਪੈ ਗਿਆ ਗੋਬਿੰਦ ਪਰਮਾਤਮਾ ਦਾ ਭਗਤ, ਤੇ ਸਾਡੀ ਹੁਣ ਇੱਜ਼ਤ ਰੱਖੀ, ਸਾਡੀ ਇੱਜ਼ਤ ਹੁਣ ਤੇਰੀ ਇੱਜ਼ਤ ਹੈ। ਇਸ ਕਰਕੇ ਪ੍ਰਭੂ ਆਪਣੇ ਪਿਆਰਿਆਂ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝ ਕੇ ਰੱਖਦਾ, ਭਾਵ ਬਚਾਉਂਦਾ ਹੈ। ਤੇ ਆਰੰਭ ਵਿੱਚ ਸਤਿਗੁਰੂ ਕਿਰਪਾ ਕਰ ਰਹੇ ਨੇ ਗੌਂਡ ਮਹੱਲਾ ਚੌਥਾ, ਗੌਂਡ ਰਾਗ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ। ਐਸਾ ਹਰ ਸੇਵੀਐ ਨਿਤ ਧਿਆਈਐ, ਜੋ ਖਿਨ ਮੈਂ ਕਿਲ ਵਿਖ ਸਭ ਕਰੇ ਬਿਨਾਸਾ। ਹੇ ਮੇਰੇ ਮਨ, ਐਸੇ ਪ੍ਰਭੂ ਨੂੰ ਨਿਤ ਪ੍ਰਤੀ ਸਿਮਰ, ਹਰ ਰੋਜ਼ ਧਿਆ, ਜਿਹੜਾ ਇੱਕ ਖਿਨ ਦੇ ਵਿੱਚ ਹੀ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ, ਜਿਹਦੇ ਸਿਮਰਨ ਨਾਲ ਜੇ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ, ਜਿਹਦੇ ਸਿਮਰਨ ਦੇ ਨਾਲ ਹੀ ਵੱਡੇ ਵੱਡੇ ਪਾਪ ਦਗਧ ਹੋ ਜਾਂਦੇ ਹਨ। ਜੇ ਹਰ ਤਿਆਗ ਅਵਰ ਕੀ ਆਸ ਕੀਜੈ, ਤਾਂ ਹਰ ਨਿਰਭਲ ਸਭ ਕਾਲ ਗਵਾਸਾ। ਹੇ ਮਨ, ਜੇ ਹਰੀ ਪ੍ਰਮਾਤਮਾ ਨੂੰ ਤਿਆਗ ਕੇ ਕਿਸੇ ਹੋਰ ਦੀ ਆਸ ਕਰੇਗਾ ਤੇ ਸੱਚਮੁੱਚ ਹਰੀ ਪਰਮਾਤਮਾ ਤੇਰੀ ਸਾਰੀ ਘਾਲ ਕਮਾਈ ਜਿਹੜੀ ਹੈ ਉਹ ਨਿਫਲ ਕਰ ਦੇਵੇਗਾ, ਭਾਵ ਉਹ ਥਾਂ ਨਹੀਂ ਪਵੇਗੀ। ਕਿਉਂਕਿ ਜੇ ਮਨ ਚਿਤ ਆਸ ਰੱਖੈ ਹਰ ਉਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ, ਸਾ ਨੇਫਲ ਆਸ ਸਭ ਬਿਰਥੀ ਜਾਈ। ਏਕ ਉਪਰ ਜੇ ਜਨ ਕੀ ਆਸਾ, ਤਾ ਤਿਸ ਕੀ ਕਟਿਐ ਜਮ ਕੀ ਫਾਸਾ। ਅਰਦਾਸ ਵੀ ਇਹੀ ਹੈ ਕਿ ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਸਾਹਿਬ ਕਹਿੰਦੇ ਉਹਨੂੰ ਛੱਡ ਕੇ ਕਿਸੇ ਹੋਰ ਤੇ ਆਸ ਰੱਖੇਗਾ, ਧ੍ਰਿਗ ਤਿਨਾ ਕਾ ਜੀਵਿਆ ਜਿਨ੍ਹਾਂ ਵਡਾਣੀ ਆਸ। ਲੱਖ ਲਾਨਤ ਹੈ ਉਹਨਾਂ ਦੇ ਜੀਵਨ ਤੇ ਜਿਨ੍ਹਾਂ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਤੇ ਆਸ ਰੱਖੀ ਹੋਈ। ਧ੍ਰਿਗ, ਜੇ ਕਿਸੇ ਨੂੰ ਲੱਖ ਵਾਰ ਫਟਕਾਰ ਪਾਉਣੀ ਹੋਵੇ ਤਾਂ ਸਾਹਿਬ ਕਹਿੰਦੇ ਕਿੱਥੇ ਗਿਣਦੇ ਰਹੋਗੇ, 1 2 3 4 ਲੱਖ ਕਦੋਂ ਬਣੇਗੀ। ਲੱਖਾਂ ਵਾਰ ਫਟਕਾਰ ਪਾਉਣੀ ਹੋਵੇ ਤੇ ਇੱਕ ਵਾਰ ਧ੍ਰਿਗ ਕਹਿ ਦਿਓ। ਧ੍ਰਿਗ ਤਿਨਾ ਕਾ ਜੀਵਿਆ ਜਿਨ੍ਹਾਂ ਵਿਡਾਣੀ ਆਸ, ਜਿਨ੍ਹਾਂ ਦੀ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਤੇ ਆਸ ਹੈ। ਕਿਉਂਕਿ ਰੇ ਜੀ ਨਲਜ ਲਾਜ ਤੋਹੇ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ। ਜਾਕੋ ਠਾਕਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨ ਸੋਈ। ਇਸ ਕਰਕੇ ਕੇਵਲ ਹਰੀ ਪਰਮਾਤਮਾ ਤੇ ਆਸ ਰੱਖ। ਮੇਰੇ ਮਨ ਹਰ ਸੇਵਿਓ ਸੁਖ ਦਾਤਾ ਸੁਆਮੀ, ਜਿਸ ਸੇਵਿਆ ਸਭ ਭੁੱਖ ਲਹਾਸਾ। ਇਸ ਕਰਕੇ ਹੇ ਮੇਰੇ ਮਨ, ਤੂੰ ਉਸ ਸੁੱਖਾਂ ਦੇ ਦਾਤੇ ਪਰਮਾਤਮਾ ਨੂੰ ਸਿਮਰ, ਜਿਹਨੂੰ ਸਿਮਰਨ ਦੇ ਨਾਲ ਤੇਰੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਣਗੀਆਂ। ਕਿਉਂਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿਤ ਨ ਆਵੈ। ਪ੍ਰਭੂ ਦੀ ਪ੍ਰਾਪਤੀ ਨਾਲ ਤੇਰੇ ਜੀਵਨ ਵਿੱਚ ਸੰਤੁਸ਼ਟੀ ਆਵੇਗੀ। ਮੇਰੇ ਮਨ ਹਰਿ ਉਪਰ ਕੀਜੈ ਪਰਵਾਸਾ। ਇਹ ਮੇਰੇ ਮਨ ਹਰੀ ਪਰਮਾਤਮਾ ਦੇ ਉੱਪਰ ਪਰਵਾਸਾ ਬਣਾ, ਉਹਦੀ ਓਟ ਰੱਖ ਜ਼ਿੰਦਗੀ ਵਿੱਚ। ਜਹ ਜਾਈਐ ਤਹ ਨਾਲ ਮੇਰਾ ਸੁਆਮੀ, ਹਰਿ ਆਪਣੀ ਪੈਜ ਰੱਖੈ ਜਨ ਦਾਸਾ। ਜਿੱਥੇ ਵੀ ਜਾਈਏ ਉਹ ਹਰੀ ਪਰਮਾਤਮਾ ਮੇਰੇ ਨਾਲ ਹੀ ਹੈ, ਤੇ ਉਹ ਆਪਣੇ ਦਾਸਾਂ ਦੀ ਇੱਜ਼ਤ ਆਪਣੀ ਇੱਜ਼ਤ ਸਮਝ ਕੇ ਰੱਖਦਾ ਹੈ। ਰਹਾਉ, ਇਹ ਪਾਵਨ ਤੁਕਾਂ ਰਹਾਉ ਤੇ ਕੇਂਦਰਿਤ ਕੀਤੀਆਂ ਨੇ। ਜੇ ਆਪਣੀ ਬਿਰਥਾ ਕਹੋ ਅਵਰਾ ਪਹਿ, ਤਾਂ ਆਗੈ ਆਪਣੀ ਬਿਰਥਾ ਬਹੁ ਬਹੁਤ ਕਢਾਸਾ। ਜੇ ਤੂੰ ਆਪਣੀ ਬਿਰਥਾ, ਆਪਣੇ ਮਨ ਦੀ ਪੀੜਾ ਕਿਸੇ ਅਵਰਾਂ ਨੂੰ, ਹੋਰਾਂ ਨੂੰ ਦੱਸੇਗਾ ਤੇ ਉਹ ਪਹਿਲਾਂ ਹੀ ਆਪਣੀ ਪੀੜਾ ਤੇਰੇ ਅੱਗੇ ਖੋਲ ਕੇ ਰੱਖ ਦੇਵੇਗਾ। ਜੇ ਤੂੰ ਆਪਣੇ ਦੁੱਖ ਦੱਸੇਗਾ ਤੇ ਉਹ ਆਪਣੇ ਦੁੱਖ ਤੇਰੇ ਅੱਗੇ ਰੱਖ ਦੇਵੇਗਾ, ਕਿਉਂਕਿ ਉਹ ਵੀ ਪੀੜਤ ਹੈ। ਇਸ ਕਰਕੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਅਨ ਬੋਲਤ ਮੇਰੀ ਬਿਰਥਾ ਜਾਨੀ, ਆਪਣਾ ਨਾਮ ਜਪਾਇਆ ਜਿਹੜਾ ਬਿਨਾਂ ਬੋਲਦਿਆਂ ਹੀ ਮਨ ਦੀ ਬਿਰਥਾ, ਮਨ ਦੀ ਵੇਦਨਾ ਜਾਣਦਾ ਹੈ। ਆਪਣੀ ਬਿਰਥਾ ਕਹੋ ਹਰਿ ਆਪਣੇ ਸੁਆਮੀ ਪੈ, ਜੋ ਤੁਮਰੇ ਦੁਖ ਤਤਕਾਲ ਕਟਾਸਾ। ਆਪਣੀ ਬਿਰਥਾ, ਆਪਣੇ ਅੰਦਰ ਦੀ ਪੀੜਾ ਵੇਦਨਾ ਆਪਣੇ ਸੁਆਮੀ ਮਾਲਕ ਅੱਗੇ ਕਹਿ, ਜੋ ਤੇਰੀ ਬਿਰਥਾ ਨੂੰ, ਤੇਰੀ ਪੀੜਾ ਨੂੰ, ਤੇਰੇ ਦੁੱਖਾਂ ਨੂੰ ਤਤਕਾਲ, ਇਮੀਡੀਏਟ ਕੱਟਣ ਵਾਲਾ ਹੈ। ਭਾਵ ਤੁਰੰਤ, ਤਤਕਾਲ ਹੀ, ਬਹੁਤਾ ਦੇਰੀ ਨਹੀਂ ਲਾਉਂਦਾ।
ਇੱਕਦਮ ਤੇਰੇ ਦੁੱਖਾਂ ਨੂੰ ਉਹ ਕੱਟ ਦਿੰਦਾ ਹੈ। ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਵਰਾ ਪੈ ਕਹੀਐ, ਅਵਰਾ ਪਹਿ ਕਹਿ ਮਨ ਲਾਜ ਮਰਾਸਾ। ਸੋ ਐਸਾ ਪ੍ਰਭੂ ਛੱਡ ਕੇ ਆਪਣੀ ਵਿਰਥਾ, ਆਪਣੀ ਪੀੜਾ ਵੇਦਨਾ ਕਿਸੇ ਹੋਰ ਅੱਗੇ ਕਹਿਣੀ, ਇਹ ਤਾਂ ਸੱਚਮੁੱਚ ਮਨੁੱਖ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ। ਗੁਰੂ ਰਾਮਦਾਸ ਜੀ ਦੇ ਬਚਨ ਨੇ ਕਿ ਮਨ ਲਾਜ ਮਰਾਸਾ, ਭਾਵ ਬੰਦਾ ਸ਼ਰਮ ਨਾਲ ਹੀ ਮਰ ਜਾਂਦਾ ਵੀ ਏਡੇ ਵੱਡੇ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਦੇ ਅੱਗੇ, ਭਾਵ ਆਪਣੀ ਬਿਰਥਾ ਨੂੰ, ਆਪਣੀ ਵੇਦਨਾ ਨੂੰ ਕਹਿਣਾ। ਸ਼ਬਦ ਦੇ 4 ਪਦੇ ਨੇ, 2 ਪਦੇ ਤੇ ਰਹਾਉ ਵਾਲੇ ਪਦੇ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਬਾਕੀ ਜਿਹੜੇ 2 ਬੰਦ ਨੇ ਉਹਨਾਂ ਦੀ ਵਿਚਾਰ ਕੱਲ ਆਪਾਂ ਸਾਂਝੀ ਕਰਾਂਗੇ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਔਰ ਸਤਿਗੁਰੂ ਜੀ ਕਿਰਪਾ ਕਰਨ ਪਾਵਨ ਮੁੱਖ ਵਾਕ ਅਤੇ ਲੜੀਵਾਰ ਗੁਰਬਾਣੀ ਕਥਾ ਤੇ ਨਾਲ ਨਾਲ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦਾ ਜੋ ਪਿਛੋਕੜ, ਇਸ ਵਿਸ਼ੇ ਤੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੋਦਰਪੁਰੇ ਜਿੱਥੇ 19 ਤੋਂ 21 ਫਰਵਰੀ ਤੱਕ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਦਾ 100 ਸਾਲਾ ਮਨਾਇਆ ਜਾਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਾਰੀਆਂ ਸੰਗਤਾਂ ਪਿੰਡਾਂ ਵਿੱਚੋਂ, ਸ਼ਹਿਰਾਂ ਵਿੱਚੋਂ ਉੱਥੇ ਹੁੰਮ ਹੁਮਾ ਕੇ ਪਹੁੰਚੋ। ਗੁਰਦਾਸਪੁਰ ਤੋਂ ਜਦੋਂ ਬਟਾਲੇ ਵੱਲ ਨੂੰ ਆਓ ਤੇ ਨਸ਼ਹਿਰਾ ਮੱਝਾ ਸਿੰਘ ਇੱਕ ਅੱਡਾ ਆਉਂਦਾ, ਇੱਧਰੋਂ ਬਟਾਲੇ ਤੋਂ ਗੁਰਦਾਸਪੁਰ ਵੱਲ ਜਾਈਏ ਤੇ ਖੱਬੇ ਹੱਥ ਉਹ ਗੇਟ ਬਣਿਆ ਹੋਇਆ ਜਿੱਥੇ ਗੋਦਰਪੁਰਾ ਪਿੰਡ ਹੈ, ਤੇ ਸੰਗਤਾਂ ਉੱਥੇ ਜ਼ਰੂਰ ਹੁੰਮ ਹੁਮਾ ਕੇ ਪੁੱਜਣ ਤਾਂ ਕਿ ਆਪਣੇ ਵੱਡੇ ਵਡੇਰਿਆਂ ਨੂੰ, ਜਿਨ੍ਹਾਂ ਨੇ ਇਤਿਹਾਸ ਨੂੰ ਦੁਹਰਾਇਆ। ਜਦੋਂ ਆਪਾਂ ਇਤਿਹਾਸ ਪੜ੍ਹਦੇ ਸਾਂ ਕਿ ਖੋਪਰੀਆਂ ਲੱਥੀਆਂ, ਬੰਦ-ਬੰਦ ਕੱਟੇ ਗਏ, ਤੇ ਕਈ ਤਰਕ ਕਰਦੇ ਸਨ ਕਿਵੇਂ ਹੋ ਸਕਦਾ ਹੈ। ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਕਿ ਬੜੇ ਪੀਸਫੁਲ ਢੰਗ ਨਾਲ ਆਪਣੇ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਵਾਸਤੇ ਕੁਰਬਾਨੀਆਂ ਤੇ ਸ਼ਹਾਦਤਾਂ ਦਿੱਤੀਆਂ ਗਈਆਂ। ਫਿਰ ਇੱਕ ਵਾਰ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਸੰਪੂਰਨਤਾ ਵਾਲੀਆਂ ਜੋ ਦੂਸਰੇ ਪਦੇ ਦੀਆਂ ਤੁਕਾਂ ਹਨ, ਇੱਕ ਵਾਰ ਫਿਰ ਸਰਵਣ ਕਰੀਏ। ਆਪਣੀ ਬਿਰਥਾ ਕਹੋ ਔਰ ਆਪਣੇ ਸੁਆਮੀ ਪੈ, ਜੋ ਤੁਮਰੇ ਦੁਖ ਤਤਕਾਲ ਕਟਾਸਾ। ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪਹਿ ਕਹੀਐ, ਅਵਰਾ ਪਹਿ ਕਹਿ ਮਨ ਲਾਜ ਮਰਾਸਾ। ਵਾਹਿਗੁਰੂ ਜੀ ਕਾ ਖਾਲਸਾ।